देश दुनिया च वसदे पंजाबियों को खुश आमदीद। मैं हरजिंदर सिंह रंधावा, तुम देख रहे हो पंजाब टैलीविजन और मेरे नाल ने प्रोफैसर प्रीतम सिंह ऑक्सफोर्ड ब्रुक्स यूनिवर्सिटी तो साडे नाल एक वड्डे इकोनमिस्ट जिन्हां ने सिस्टम नूं नेड़ियों देखिया निहारिया, कंपैरेटिव स्टडी भी की है, जिथे जम्मे पले और जिथे हुण विचरदे पे आ, रोजी रोटी ग्रहण कर रहे हैं। और सब तो बड़ा मसला है कि इस मौके ते जदों अज प्रदेश कांग्रेस नाल संबंधित फैसले लैण लई ਜਿਹੜੀ ਸਰਕਾਰ ਪੰਜਾਬ 'ਚ ਚੱਲ ਰਹੀ ਉਹਦੇ ਨਾਲ ਸੰਬੰਧਿਤ ਫੈਸਲੇ ਲੈਣ ਲਈ ਦਿੱਲੀ 'ਚ ਹਾਈ ਪਾਵਰ ਕਮੇਟੀ ਬੈਠਦੀ ਆ ਔਰ ਉਹ ਮੀਟਿੰਗ ਖਤਮ ਹੋਣ ਤੋਂ ਬਾਅਦ ਕਹਿੰਦੇ ਆ ਕਿ ਅਸੀਂ ਸਭ ਠੀਕ ਕਰ ਲਵਾਂਗੇ, ਅਸੀਂ ਸਭ ਠੀਕ ਕਰ ਲਵਾਂਗੇ। ਸਰਕਾਰ ਮਜ਼ਬੂਤ ਕਿਵੇਂ ਹੁੰਦੀ ਆ, ਕਾਂਗਰਸ ਪਾਰਟੀ ਮਜ਼ਬੂਤ ਕਿਵੇਂ ਹੁੰਦੀ ਆ, 2022 ਦੇ ਵਿੱਚ ਅਸੀਂ ਲੋਕਾਂ ਕੋਲ ਦੁਬਾਰਾ ਸੱਤਾ ਲੈਣ ਲਈ ਕਿਵੇਂ ਜਾਣਾ, ਉਹ ਸਭ ਕੁਝ ਕਰ ਲਵਾਂਗੇ। ਲੇਕਿਨ ਪੰਜਾਬ ਖੂਹ 'ਚ ਪਵੇ, ਸਾਨੂੰ ਉਹਦਾ ਕੁਝ ਨਹੀਂ, ਸਾਨੂੰ ਸੱਤਾ 'ਚ ਰਹਿਣਾ, ਕਿਸੇ ਵੀ ਹਾਲ 'ਚ ਰਹਿਣਾ ਹੈ। ਕਦੇ ਕੋਈ ਏਜੰਡਾ ਇਹ ਨਹੀਂ ਹੁੰਦਾ ਕਿ ਪੰਜਾਬ ਕਿਵੇਂ ਅੱਗੇ ਵਧੇ। ਜਿਸ ਸਟੇਟ ਦੇ ਵਿੱਚ ਤੁਸੀਂ ਰਾਜ ਬਣਾਉਂਦੇ ਹੋ, ਰਾਜ ਕਰਨਾ ਕਿਵੇਂ ਆ, ਲੋਕਾਂ ਨੂੰ ਸਰਵਿਸ ਕਿਵੇਂ ਦੇਣੀ, ਇਹ ਏਜੰਡੇ ਮਾਈਨਸ ਹੁੰਦੇ ਆ। ਪ੍ਰੋਫੈਸਰ ਸਾਹਿਬ ਜੀ ਆਇਆ ਔਰ ਮੇਰਾ ਸਵਾਲ ਇਹ ਹੈ ਕਿ ਸੱਤਾ ਬਦਲਦੀ ਆ, ਬਿਜ਼ਨਸ ਬਦਲ ਜਾਂਦੇ ਆ। ਜਿਹੜੇ ਬਿਜ਼ਨਸ, ਮੈਂ ਇੱਕ ਦਿਨ ਧਾਰ ਕਲਾਂ ਤੋਂ ਜਿਹੜਾ ਸੈਮੀ ਹਿਲ ਏਰੀਆ ਪੰਜਾਬ ਦਾ ਹਿਮਾਚਲ ਦੇ ਨਾਲ ਲੱਗਦਾ, ਉੱਥੋਂ ਵਾਪਸ ਆਉਂਦਾ ਸੀ, ਰਾਤ ਥੋੜਾ ਹਨੇਰਾ ਹੋ ਗਿਆ। ਸੈਂਕੜੇ ਟਰੱਕ ਸੀ ਜਿਨ੍ਹਾਂ ਦੇ ਵਿੱਚ ਰੇਤਾ ਔਰ ਬਜਰੀ ਸੀ, ਕਤਾਰਾਂ ਬਣਾ ਕੇ ਚੱਲਦੇ ਪਏ ਸੀ ਔਰ ਇਹ 10 ਸਾਲ ਪਹਿਲਾਂ ਵੀ ਚੱਲਦੇ ਸੀ, ਅੱਜ ਵੀ ਚੱਲ ਰਹੇ ਆ। ਸਿਰਫ ਇਹਨਾਂ ਨੂੰ ਚਲਾਉਣ ਵਾਲੇ ਬਦਲ ਗਏ ਆ। ਜਿਵੇਂ ਮਸ਼ਾਲ ਇੱਕ ਦੂਜੇ ਨੂੰ ਫੜਾ ਕੇ ਗਾਂਹ ਤੁਰ ਜਾਂਦਾ ਹੈ, ਉੱਤਰ ਕਾਟੋ ਮੈਂ ਚੜਾ, ਇਵੇਂ ਹੀ ਚੱਲਦਾ ਰਹਿੰਦਾ। ਸਾਰੇ 2 ਨੰਬਰ ਦੇ ਧੰਦੇ ਸੱਤਾਧਾਰੀ ਦੂਜੇ ਸੱਤਾਧਾਰੀ ਨੂੰ ਦੇ ਕੇ ਆ ਪਾਸੇ ਚਲੇ ਜਾਂਦੇ ਆ। ਸਟੇਟ ਲੁੱਟੀ ਦੀ ਲਤੀਂਦੀ ਰਹੀ, ਕਿਸੇ ਨੇ ਕੋਈ ਫਿਕਰ ਨਹੀਂ ਧਰਿਆ। ਦੂਰੋਂ ਬਹਿ ਕੇ ਕਿਵੇਂ ਦੇਖਦੇ ਹੋ? ਇਹ ਗੱਲ ਤੁਹਾਡੀ ਬਿਲਕੁਲ ਠੀਕ ਹੈ ਕਿ ਪੰਜਾਬ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਬੜੀਆਂ ਗੰਭੀਰ ਨੇ ਔਰ ਜੋ ਪੰਜਾਬ ਦੇ ਵਿੱਚ ਕਿਸਾਨੀ ਦੀ ਲਹਿਰ ਉੱਠੀ ਹੈ ਔਰ ਕਿਸਾਨੀ ਦੀ ਲਹਿਰ ਉੱਠਣ ਤੋਂ ਪਹਿਲਾਂ ਜਿਹੜੀਆਂ ਕਿਸਾਨ ਹੱਤਿਆ ਹੋ ਰਹੀਆਂ ਸੀਗੀਆਂ, ਸੁਈਸਾਈਡ ਕਰ ਰਹੇ ਸੀ, ਨੌਜਵਾਨ ਡਰੱਗਸ ਦੇ ਵਿੱਚ ਲੱਗਦਾ ਸੀ ਜਾਂ ਬਾਹਰ ਜਾ ਰਹੇ ਸੀ, ਉਹ ਸਾਡੀ ਜਿਹੜੀ ਆਰਥਿਕ ਸੰਕਟ ਹੈ, ਸਾਡਾ ਬੜਾ ਗੰਭੀਰ ਸੱਭਿਆਚਾਰਕ ਸਮਾਜਿਕ ਸੰਕਟ ਹੈ ਤੇ ਉਹਦੇ ਨਾਲ ਹੀ ਜਿਹੜਾ ਰਾਜਸੀ ਸੰਕਟ ਹੈ ਉਹ ਜੁੜਿਆ ਹੋਇਆ ਸਾਰਾ ਕੁਝ। ਔਰ ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਜੋ ਅੱਜ ਦੀ ਮੀਟਿੰਗ, ਤੁਸੀਂ, ਮੈਨੂੰ ਤਾਂ ਡਿਟੇਲ ਜ਼ਿਆਦਾ ਨਹੀਂ ਪਤਾ ਉਸਦਾ, ਪਰ ਜੋ ਤੁਸੀਂ ਦੱਸਿਆ ਮੈਨੂੰ ਉਹਦੇ ਮੁਤਾਬਕ ਲੱਗਦਾ ਹੈ ਕਿ ਜਿਹੜੀ ਪੰਜਾਬ ਦੇ ਵਿੱਚ ਹਾਲੇ ਇਹ ਸੋਚਣੀ ਪੈਦਾ ਨਹੀਂ ਹੋਈ ਕਿ ਸਾਨੂੰ ਕੇਂਦਰ ਤੋਂ ਕਿਵੇਂ ਡਿਪੈਂਡੈਂਸ ਘਟਾਉਣੀ ਪਏਗੀ। ਕਿ ਜਿਹੜੀਆਂ ਕੇਂਦਰ ਮੁਖੀ ਪਾਰਟੀਆਂ ਨੇ ਉਹਨਾਂ ਦੀ ਸੋਚ ਅਲੱਗ ਹੈ, ਉਹਨਾਂ ਦਾ ਨਜ਼ਰੀਆ ਅਲੱਗ ਹੈ, ਉਹ ਪੰਜਾਬ ਨੂੰ ਆਪਣੇ ਕੇਂਦਰੀ ਏਜੰਡੇ ਦੇ ਹਿਸਾਬ ਨਾਲ ਦੇਖਦੀਆਂ। ਤੇ ਮੈਂ ਜੋ ਤੁਹਾਡੇ ਨਾਲ ਗੱਲਬਾਤ ਕਰਨੀ ਚਾਹੁੰਦਾ ਉਹ ਇਸੇ ਪੱਖ ਤੋਂ ਕਰਨੀ ਚਾਹੁੰਦਾ ਕਿ ਪੰਜਾਬ ਦੇ ਵਿੱਚ ਬਹੁਤ ਵੱਡੀਆਂ ਰਾਜਨੀਤਿਕ, ਆਰਥਿਕ ਤੇ ਸਮਾਜਿਕ ਤੇ ਸੱਭਿਆਚਾਰਕ ਤਬਦੀਲੀਆਂ ਦੀ ਲੋੜ ਹੈ, ਜਿਨ੍ਹਾਂ ਦੇ ਕੁਝ ਅੰਸ਼ ਸਾਨੂੰ ਮਿਲ ਰਹੇ ਨੇ। ਕਿਸਾਨ ਲਹਿਰ ਦੇ ਵਿੱਚੋਂ ਮਿਲ ਰਹੇ ਨੇ, ਸਕੂਲਾਂ 'ਚ ਜਿਹੜੀਆਂ ਤਬਦੀਲੀਆਂ ਹੋ ਰਹੀਆਂ ਨੇ, ਨੌਜਵਾਨਾਂ ਦੇ ਵਿੱਚ ਜਿਹੜਾ ਜੋਸ਼ ਆ ਰਿਹਾ ਹੈ, ਉਹ ਉਹਨਾਂ ਤਬਦੀਲੀਆਂ ਨੂੰ ਆਸਾਬੰਦ ਤਰੀਕੇ ਨਾਲ ਦੇਖਣ ਦਾ ਇੱਕ ਨਜ਼ਰੀਆ ਹੈ ਕਿ ਉਮੀਦ ਹੈ। ਜਿਹੜਾ ਲੋਕੀ ਕਹਿੰਦੇ ਸੀ ਕਿ ਸਾਰੇ ਲੋਕੀ ਸਾਰੇ ਡਰੱਗੀ ਹੋ ਗਏ ਨੇ ਔਰ ਛਾਂ ਖਿੱਚੀ ਹੋ ਗਏ ਨੇ, ਸੁਈਸਾਈਡ ਕਰੀ ਜਾਂਦੇ ਆ, ਹੁਣ ਇਹ ਇੱਕ ਨਵਾਂ ਉਭਾਰ ਉੱਠਿਆ ਔਰ ਇਸ ਨਵੇਂ ਉਭਾਰ ਦੇ ਵਿੱਚੋਂ ਅਸੀਂ ਇਹ ਦੇਖਣਾ ਹੈ ਕਿ ਕਿਸ ਤਰ੍ਹਾਂ ਦੀਆਂ ਰਾਜਨੀਤਿਕ ਤਬਦੀਲੀਆਂ ਚਾਹੀਦੀਆਂ, ਕਿਸ ਤਰ੍ਹਾਂ ਦੀਆਂ ਆਰਥਿਕ ਤਬਦੀਲੀਆਂ ਚਾਹੀਦੀਆਂ, ਕਿਸ ਤਰ੍ਹਾਂ ਦੀ ਸੱਭਿਆਚਾਰਕ ਤੇ ਸਮਾਜਿਕ ਤਬਦੀਲੀਆਂ ਚਾਹੀਦੀਆਂ। ਮੈਂ ਆਰਥਿਕ ਤੇ ਜ਼ਿਆਦਾ ਜ਼ੋਰ ਦੇਵਾਂਗਾ, ਪਰ ਬਰੀਫ ਦੇ ਵਿੱਚ ਰਾਜਨੀਤਿਕ ਵੀ ਕਹਿਣੀਆਂ ਜ਼ਰੂਰੀ ਹੁੰਦੀਆਂ ਕਿਉਂਕਿ ਸਾਰੀਆਂ ਗੱਲਾਂ ਜੁੜੀਆਂ ਹੋਈਆਂ। ਪਰ ਕਿਸੇ ਦਿਨ ਆਪਾਂ ਫਿਰ ਦੁਬਾਰਾ ਡਿਟੇਲ ਦੇ ਵਿੱਚ ਇਹਦੇ ਨਾਲ ਬਹਿਸ ਕਰਾਂਗੇ। ਜਿਹੜਾ ਹੈ ਰਾਜਨੀਤਿਕ, ਉਹਦੀ ਸਭ ਤੋਂ ਵੱਡੀ ਗੱਲ ਫੜਨ ਦੀ ਲੋੜ ਹੈ ਪੰਜਾਬ ਦੇ ਆਮ ਲੋਕਾਂ ਨੂੰ ਤੇ ਪੰਜਾਬ ਦੇ ਜਿਹੜੇ ਸਿਆਸੀ ਕਾਰਕੁਨ ਨੇ, ਸਿਆਸੀ ਲੀਡਰਾਂ ਦੀ ਇਵੇਂ ਗੱਲ ਕਰਦੇ, ਸਿਆਸੀ ਐਕਟਿਵਿਸਟ ਨੇ ਜਿਹੜੇ, ਕਿ ਸਾਨੂੰ ਪੰਜਾਬ ਆਧਾਰਿਤ ਰਾਜਸੀ ਪਾਰਟੀ ਚਾਹੀਦੀ ਹੈ। ਸਾਨੂੰ ਐਸੀ ਪਾਰਟੀ ਦੀ ਲੋੜ ਹੈ ਜਿਹਨੀਆਂ ਪੰਜਾਬ 'ਚ ਜੜ੍ਹਾਂ ਹੋਣ, ਪੰਜਾਬ ਦੇ ਲੋਕਾਂ ਤੋਂ ਆਪਣੀ ਮੈਂਡੇਟ ਲਵੇ, ਪੰਜਾਬ ਦੇ ਲੋਕਾਂ ਦੇ ਆਧਾਰ ਤੇ ਲੀਡਰਸ਼ਿਪ ਚੇਂਜ ਹੋਵੇ, ਪੰਜਾਬ ਦੇ ਲੋਕਾਂ ਤੋਂ ਇਹੋ ਮੰਗ ਕਰੇ ਕਿ ਕੀ ਕਰਨਾ, ਉਹ ਪੰਜਾਬ ਨਾਲ ਜੁੜੀ ਹੋ, ਉਹ ਪੰਜਾਬ ਦੀਆਂ ਮੰਗਾਂ ਨੂੰ ਦੇਖੇ। ਇਤਨਾ ਇਹ ਹੈ ਕੇਂਦਰੀ ਰਾਜ। ਇਹਦਾ ਮਤਲਬ ਹੈ ਕਿ ਨਾ ਤਾਂ ਕਾਂਗਰਸ ਪਾਰਟੀ ਸਾਡੇ ਫਿੱਟ ਪੈਂਦੀ ਹੈ, ਨਾ ਹੀ ਆਮ ਆਦਮੀ ਪਾਰਟੀ ਸਾਡੇ ਫਿੱਟ ਪੈਂਦੀ ਹੈ, ਨਾ ਹੀ ਬੀਜੇਪੀ ਸਾਡੇ ਫਿੱਟ ਪੈਂਦੀ ਹੈ, ਕੁਛ ਹੱਦ ਤੱਕ BSP ਵੀ ਨਹੀਂ ਫਿੱਟ ਪੈਂਦੀ ਕਿਉਂਕਿ ਉਹ ਵੀ ਮਾਇਆਵਤੀ ਉਹਨੂੰ ਕੰਟਰੋਲ ਕਰਦੀ ਹੈ। ਤੇ ਖੱਬੀਆਂ ਪਾਰਟੀਆਂ ਦੇ ਵਿੱਚ ਵੀ ਹਾਲਾਂ ਤੱਕ ਬੜਾ ਵੱਡਾ ਇਹ ਨੁਕਸ ਰਿਹਾ ਹੈ ਕਿ ਉਹ ਵੀ ਦਿੱਲੀ ਤੋਂ ਕੰਟਰੋਲ ਕਰਦੇ ਰਹੇ ਉਹਨਾਂ ਨੂੰ। ਤਾਂ ਇਹ ਜਿਹੜੇ ਸ਼ੁਭ ਚਿੰਤਕ ਨੇ ਲੋਕ, ਕਿਸੇ ਵੀ ਧਿਰ ਨਾਲ ਜੁੜੇ ਹੋਏ ਨੇ, ਉਹਨਾਂ ਨੂੰ ਇਸ ਬਾਰੇ ਬਹੁਤ ਡੂੰਘੇ ਕਿਸਮ ਦੀ ਸੋਚਣ ਦੀ ਲੋੜ ਹੈ ਕਿ ਰਾਜਸੀ ਆਧਾਰਿਤ ਪਾਰਟੀ ਹੋਵੇ ਜਿਹੜੀਆਂ ਪੰਜਾਬ ਦੀਆਂ ਲੋੜਾਂ ਦੇ ਹਿਸਾਬ ਨਾਲ ਹੋਵੇ। ਇਹਦਾ ਮਤਲਬ ਹੈ ਕਿ ਕੇਂਦਰ ਤੇ ਡਿਪੈਂਡੈਂਸ ਨਾ ਕੀਤੀ ਜਾਵੇ। ਅੱਛਾ, ਇਹ ਜਿਹੜੀ ਡਿਪੈਂਡੈਂਸ ਹੈ ਇਹਨੂੰ ਅਸੀਂ ਕਿਵੇਂ ਘਟਾਉਣਾ ਹੈ?
ਉਹਦੇ ਫਾਈਨੈਂਸ਼ੀਅਲ ਮੈਕੈਨਿਜ਼ਮ ਹੈਗੇ ਨੇ, ਟੈਕਸੇਸ਼ਨ ਔਰ ਰੈਵਨਿਊ ਦੇ। ਉਹ ਮੈਂ ਉਹ ਤੁਹਾਡੀ ਗੱਲ ਇੱਥੋਂ ਹੀ ਸ਼ੁਰੂ ਕਰਾਂਗੇ ਆਪਾਂ। ਇੱਕ ਸਵਾਲ ਛੋਟਾ ਜਿਹਾ ਤੁਸੀਂ ਛੱਡਤਾ ਹੈ, ਉਹਨੂੰ ਐਡਰੈਸ ਕਰਨਾ ਬੜਾ ਜ਼ਰੂਰੀ ਆ ਕਿ ਜਿਹੜੀਆਂ ਸੈਂਟਰ ਓਰੀਐਂਟਡ ਪਾਰਟੀਆਂ ਨੇ, ਜਿਹੜੀਆਂ ਉੱਥੋਂ ਹੁਕਮ ਆਦੇਸ਼ ਹਾਸਲ ਕਰਦੀਆਂ, ਅਸੀਂ ਉਹਨਾਂ ਤੇ ਨਿਰਭਰ ਨਹੀਂ ਰਹਿ ਸਕਦੇ ਕਿਉਂਕਿ ਉਹਨਾਂ ਦੇ ਹਿੱਤ ਬਹੁਤ ਸੂਬਿਆਂ ਨਾਲ ਜੁੜੇ ਹੁੰਦੇ ਆ ਔਰ ਸਾਡੇ ਮਸਲੇ ਰਾਜਸਥਾਨ ਹਰਿਆਣਾ ਨਾਲ ਨੇ। ਇਸ ਕਰਕੇ ਕੋਈ ਵੀ ਕੇਂਦਰੀ ਪਾਰਟੀ ਉਹਨਾਂ ਸੂਬਿਆਂ 'ਚ ਨੁਕਸਾਨ ਉਠਾ ਕੇ ਸਾਨੂੰ ਸਪੋਰਟ ਨਹੀਂ ਕਰੂਗੀ। ਸਵਾਲ ਦੂਜਾ ਹੈ, ਸਾਡੀ 100 ਸਾਲ ਪੁਰਾਣੀ ਪਾਰਟੀ ਸੀ, ਸਾਡੇ ਪੁਰਖਿਆਂ ਦੀ ਸਿੰਜੀ ਹੋਈ ਪਾਰਟੀ ਸ਼੍ਰੋਮਣੀ ਅਕਾਲੀ ਦਲ। ਸ਼੍ਰੋਮਣੀ ਅਕਾਲੀ ਦਲ ਟੋਟਲ ਕਾਰਪੋਰੇਟ ਲੀਆਂ ਤੇ ਚਲੇ ਗਿਆ, ਬਿਜ਼ਨਸ ਵਿਸਥਾਰ ਕਰਨ ਲੱਗ ਗਿਆ, ਉਹਨਾਂ ਦੇ ਨਿੱਜੀ ਬਿਜ਼ਨਸ ਕਾਫੀ ਅੱਛੇ ਹੋ ਗਏ। ਸਰਕਾਰ ਦਾ ਜਿਹੜਾ ਮੁਖੀ ਹੁੰਦਾ, ਜਦੋਂ ਉਹ ਪ੍ਰਾਈਵੇਟ ਬਿਜ਼ਨਸ ਕਰ ਰਿਹਾ ਹੁੰਦਾ ਤੇ ਸਾਰੀ ਮਸ਼ੀਨਰੀ ਉਹਦੇ ਪ੍ਰਾਈਵੇਟ ਬਿਜ਼ਨਸ ਨੂੰ ਪ੍ਰੋਟੈਕਟ ਕਰ ਰਹੀ ਹੁੰਦੀ। ਅਸੀਂ ਨਹੀਂ ਕਹਿੰਦੇ ਕਰਪਸ਼ਨ ਹੈ, ਲੇਕਿਨ ਅਦਰਵਾਈਜ਼ ਇਹ ਕਰਪਸ਼ਨ ਤੋਂ ਘੱਟ ਵੀ ਨਹੀਂ ਕਿ ਜਿਨ੍ਹਾਂ ਆਗੂਆਂ ਨੇ ਬਿਜ਼ਨਸ ਰੈਗੂਲੇਟ, ਜਿਨ੍ਹਾਂ ਬਿਊਰੋਕ੍ਰੇਸੀ ਨੇ ਉਹ ਬਿਜ਼ਨਸ ਰੈਗੂਲੇਟ ਕਰਨੇ ਸੀ, ਉਹ ਕਿਸੇ ਮੁੱਖ ਮੰਤਰੀ ਜਾਂ ਡਿਪਟੀ ਮੁੱਖ ਮੰਤਰੀ ਦੇ ਖਿਲਾਫ ਨਹੀਂ ਜਾ ਸਕਦੇ। ਔਰ ਇਹ ਸਾਰੀਆਂ ਹੀ ਧਿਰਾਂ ਚੇਂਜ ਆ ਔਰ ਕੈਪਟਨ ਅਮਰਿੰਦਰ ਸਿੰਘ ਤੋਂ ਲੈ ਕੇ ਮੰਤਰੀਆਂ ਤੋਂ ਲੈ ਕੇ ਉਹ ਸਾਰੀ ਪਰੰਪਰਾ ਉਵੇਂ ਹੀ ਆ ਜੋ ਪਹਿਲਿਆਂ ਦਾ ਚੱਲਦਾ ਸੀ, ਹੁਣ ਇਹਨਾਂ ਦਾ ਚੱਲਦਾ। ਸਵਾਲ ਇਹ ਆ, ਅਕਾਲੀ ਦਲ ਕਾਰਪੋਰੇਟ ਲੀਆਂ ਤੇ ਚੱਲ ਗਿਆ, ਉਹਨੂੰ ਮੁੜ ਕੇ ਨਵਿਆਉਣ ਲਈ ਤੁਹਾਨੂੰ ਫਿਰ ਕੁਰਬਾਨੀਆਂ ਕਰਨੀਆਂ ਪੈਣਗੀਆਂ ਕਿਉਂਕਿ ਜਿਹੜੇ ਕਾਬਜ ਆ ਉਹ ਪਾਸੇ ਹੋਣ ਲਈ ਤਿਆਰ ਨਹੀਂ, ਸੋਚ ਬਦਲਣ ਲਈ ਵੀ ਤਿਆਰ ਨਹੀਂ। ਹੁਣ ਫਿਰ ਪੰਜਾਬ ਸੈਂਟਰਿਕ ਪਾਰਟੀ ਕਿਵੇਂ ਬਣੇ, ਕਿਸ ਤਰ੍ਹਾਂ ਦੇ ਲੋਕ ਅੱਗੇ ਆਉਣ, ਕਿਵੇਂ ਦਾ ਸੰਗਠਨਾਤਮਕ ਢਾਂਚਾ ਹੋਵੇ, ਕਿਵੇਂ ਦੀ ਵਿਚਾਰਧਾਰਾ ਹੋਵੇ? ਕਿਉਂਕਿ ਅੱਜ ਜਿਹੜੀ ਵਿਚਾਰਧਾਰਾ ਖਿੰਡੀ ਪੁੰਡੀ ਆ ਲਿਖਣ ਵਾਲਿਆਂ ਦੀ, ਬੋਲਣ ਵਾਲਿਆਂ ਦੀ, ਜਾਗਰੂਕ ਇਨਸਾਨਾਂ ਦੀ, ਉਹ ਕੋਈ ਕਾਮਰੇਡ ਹੈ, ਕੋਈ ਖਾਲਸਾਈ ਹੈ, ਕੋਈ ਕਿਸੇ ਧਿਰ ਨਾਲ ਜੁੜਿਆ, ਉਹ ਇਕੱਠੇ ਹੀ ਨਹੀਂ ਹੋ ਰਹੇ, ਇੱਕ ਦੂਜੇ ਦੀਆਂ ਲੱਤਾਂ ਖਿੱਚ ਰਹੇ। ਤੁਸੀਂ ਦੂਰ ਬੈਠੇ ਇਹ ਸਾਰੇ ਮਸਲੇ ਨੂੰ ਕਿਵੇਂ ਐਡਰੈਸ ਕਰਦੇ ਹੋ? ਇਹ ਗੱਲ ਤੁਹਾਡੀ ਬਹੁਤ ਠੀਕ ਹੈ ਕਿ ਮੰਥਨ ਹੋ ਰਿਹਾ ਹੈ ਕਿ ਮੈਂ ਸਮਝਦਾ ਹਾਂ ਕਿ ਇਹਨਾਂ ਸਾਰੀਆਂ ਪਾਰਟੀਆਂ ਦੇ ਵਿੱਚ ਕੁਝ ਬੰਦੇ ਚੰਗੇ ਹੈਗੇ ਆ। ਕਾਂਗਰਸ ਪਾਰਟੀਆਂ ਦੇ ਵਿੱਚ ਵੀ ਕੁਝ ਲੋਕੀ ਨੇ ਜਿਹੜੇ ਕਿ ਸੋਚਦੇ ਨੇ ਪਰ ਉਹਨਾਂ ਨੇ ਹੌਸਲਾ ਨਹੀਂ ਕੀਤਾ ਹਾਲ ਤੱਕ ਕਿ ਕੇਂਦਰ ਮੁਖੀ ਜਿਹੜੀ ਲੀਡਰਸ਼ਿਪ ਚੇਂਜਸ ਹੈ, ਕੇਂਦਰ ਮੁਖੀ ਜਿਹੜੀ ਵਾਗਡੋਰ ਹੈ, ਉਹਦੇ ਖਿਲਾਫ ਬਗਾਵਤ ਕੀਤੀ ਜਾਵੇ। ਅਕਾਲੀ ਦਲ ਦੇ ਵਿੱਚ ਵੀ ਵਰਕਰ ਹੈਗੇ ਨੇ, ਕੁਝ ਛੋਟੇ ਮੀਡੀਅਮ ਲੈਵਲ ਦੇ ਲੀਡਰ ਵੀ ਹੈਗੇ ਨੇ, ਨਾਂ ਲੈਣ ਦੀ ਕੋਈ ਲੋੜ ਨਹੀਂ। ਆਮ ਆਦਮੀ ਪਾਰਟੀ ਜਦੋਂ ਉੱਠੀ ਸੀ ਤਾਂ ਇਸੇ ਚੋਂ ਉੱਠੀ ਸੀਗੀ। ਉਹ ਹੁਣ ਠੀਕ ਹੈ ਕਿ ਉਹ ਕੇਜਰੀਵਾਲ ਦੇ ਥੱਲੇ ਲੱਗ ਚੁੱਕੀ ਹੈ। ਤੇ ਕਾਂਗਰਸ ਪਾਰਟੀਆਂ ਦੇ ਵਿੱਚ ਵੀ ਕੁਝ ਲੋਕੀ ਹੈਗੇ ਨੇ ਜਿਹੜੇ ਸਮਝਦੇ ਆ ਕਿ ਠੀਕ ਨਹੀਂ ਹੈ ਕਿ ਜਿਵੇਂ ਹਰਕਿਸ਼ਨ ਸਿੰਘ ਸੁਰਜੀਤ ਉੱਥੋਂ ਚਲਾਉਂਦਾ ਸੀਗਾ, ਉਹ ਤਰੀਕਾ ਠੀਕ ਨਹੀਂ, ਸਾਨੂੰ ਪੰਜਾਬ ਦੀਆਂ ਲੋੜਾਂ ਦੇ ਨਾਲ ਚੱਲਣ ਦੀ ਲੋੜ ਹੈ। ਤੇ ਇਸੇ ਤਰ੍ਹਾਂ ਜਿਹੜੇ ਦਲਿਤ ਭਾਈਚਾਰੇ ਦੇ ਵਿੱਚ ਵੀ ਲੋਕਾਂ ਨੂੰ ਮੇਰਾ ਇਹ ਖਿਆਲ ਹੈ ਕਿ ਇਹ ਆਪਾਂ ਗੱਲ ਬਾਰ-ਬਾਰ ਕਰੀਏ ਤਾਂ ਇਸ ਗੱਲ ਨੂੰ ਵਿਚਾਰਿਆ ਜਾਵੇ, ਇਸ ਗੱਲ ਨੂੰ ਪਿੰਡਾਂ 'ਚ ਵਿਚਾਰਿਆ ਜਾਵੇ, ਸ਼ਹਿਰਾਂ 'ਚ, ਸਕੂਲਾਂ 'ਚ, ਜਿੱਥੇ ਵੀ ਵਿਚਾਰ ਚਰਚਾ ਹੋਵੇ, ਜਿਵੇਂ ਤੁਸੀਂ ਕਰ ਰਹੇ ਹੋ ਇਸ ਤਰ੍ਹਾਂ ਦੀ ਚਰਚਾ ਹੋਵੇ ਤਾਂ ਉਹਨਾਂ ਲੋਕਾਂ 'ਚ, ਕੁਝ ਲੋਕਾਂ 'ਚ ਹੌਸਲਾ ਪਊਗਾ ਕਿ ਆਪਣੀਆਂ ਪਾਰਟੀਆਂ ਛੱਡਣੀਆਂ ਪੈਣਗੀਆਂ। ਕਿ ਜਿਹੜੇ ਅਕਾਲੀ ਦਲ 'ਚ ਬੰਦੇ ਨੇ ਜਾਂ ਕਾਂਗਰਸ ਬੰਦੇ ਨੇ ਜਿਨ੍ਹਾਂ ਨੂੰ ਲੱਗਦਾ ਹੈ ਕਿ ਇਹ ਤਰੀਕਾ ਠੀਕ ਨਹੀਂ, ਇੰਨੀ ਸਾਲ ਸਾਨੂੰ ਹੋ ਗਏ, ਸੈਂਟਰੀ ਸਾਨੂੰ ਰੂਲ ਕਰਦਾ ਰਿਹਾ ਔਰ ਸਾਨੂੰ ਵਰਤਦਾ ਰਿਹਾ। ਦੂਜਾ ਜਿਹੜੀ ਮੈਂ ਹਰਿਆਣਾ ਤੇ ਰਾਜਸਥਾਨ ਦੀ ਵੀ ਗੱਲ ਕਰਦਾ, ਉਹਨਾਂ ਨਾਲ ਸਾਨੂੰ ਕੋਈ ਵਿਰੋਧਤਾ ਕਰਨ ਦੀ ਲੋੜ ਨਹੀਂ ਹੈਗੀ। ਇਹ ਨਹੀਂ ਹੈ ਕਿ ਸਾਡੀ ਉਹਨਾਂ ਨਾਲ ਟਕਰਾਅ ਹੈ। ਤੇ ਅਸੀਂ ਹੁਣ ਦੇਖਿਆ ਹੈ ਕਿਸਾਨ ਮੋਰਚੇ ਦੇ ਵਿੱਚ ਹਰਿਆਣੇ ਦੇ ਲੋਕਾਂ ਨਾਲ ਸਾਡੀ ਬੜੀ ਨੇੜਤਾ ਹੈ। ਜੇ ਗੱਲ ਇਹ ਹੈ ਕਿ ਉਹਨਾਂ ਨੂੰ ਯੂਜ਼ ਕੀਤਾ ਗਿਆ ਕਿ ਸਾਡਾ ਜਿਹੜਾ ਡਿਫਰੈਂਸਿਸ ਹੈ, ਭਾਵੇਂ ਨਹਿਰ ਕੱਢਣਾ ਸੀ, ਭਾਵੇਂ ਚੰਡੀਗੜ੍ਹ ਹੈ, ਉਹ ਜਿਹੜੀ ਕੇਂਦਰੀ ਮੁਖੀ ਪਾਰਟੀ ਹੈ ਇਹ ਸੋਚਦੀ ਹੈ ਕਿ ਇਸ ਮੌਕੇ ਤੇ ਇਸ ਕੌਨਫਲਿਕਟ ਨੂੰ ਕਿਵੇਂ ਯੂਜ਼ ਕਰਨਾ ਹੈ। ਇਸੇ ਕਰਕੇ ਕੇਂਦਰੀ ਮੁਖੀ ਪਾਰਟੀ ਦਾ ਅਸੀਂ ਖਿਲਾਫ ਲੜਨਾ ਹੈ। ਤਾਂ ਉਹਦਾ ਇੱਕ ਤਰੀਕਾ ਇਹ ਹੈ ਕਿ ਕੁਝ ਲੋਕਾਂ ਨੂੰ ਹੌਸਲਾ ਕਰਨਾ ਪਊਗਾ, ਆਪਣੇ ਪੋਲੀਟੀਕਲ ਕੈਰੀਅਰ ਨੂੰ ਰਿਸਕ ਤੇ ਦੇਣਾ ਪਊਗਾ। ਇਹ ਨਹੀਂ ਪਤਾ ਕਿ ਅਗਲੇ 5 ਸਾਲਾਂ 'ਚ ਤੁਸੀਂ ਐਮਐਲਏ ਬਣੋਗੇ ਜਾਂ ਨਹੀਂ ਬਣੋਗੇ। ਇਹ ਬੜੀਆਂ ਛੋਟੀਆਂ ਚੀਜ਼ਾਂ ਲੰਮੇ ਇਤਿਹਾਸ ਦੇ ਵਿੱਚ ਇੱਕ ਐਮਐਲਏ ਬਣਦੇ ਆ ਜਾਂ ਮਿਨਿਸਟਰ ਬਣਦੇ ਆ, ਇਹ ਥੋੜਾ ਜਿਹਾ ਸੋਚਿਆ ਜਾਵੇ ਬੜੀ ਛੋਟੀ ਚੀਜ਼ ਹੈ। ਜਿਹੜੀ ਤੁਸੀਂ ਇਤਿਹਾਸ ਜਦੋਂ ਬਦਲਣਾ ਹੈ ਤਾਂ ਉਹਦੇ 'ਚ ਬੜਾ। ਤਾਂ ਇੱਕ ਤਾਂ ਇਹ ਰਾਜਨੀਤਿਕ ਤੌਰ ਤੇ ਇਹ ਬਹੁਤ ਵੱਡੀ ਤਬਦੀਲੀ ਦੀ ਲੋੜ ਹੈ। ਆਰਥਿਕ ਤੌਰ ਤੇ ਵੀ ਤਬਦੀਲੀ ਦੀ ਲੋੜ ਹੈ ਕਿਉਂਕਿ ਆਰਥਿਕ ਤੌਰ ਤੇ ਮੈਂ ਸਮਝਦਾ ਹਾਂ ਕਿ ਖੇਤੀ ਦੇ ਆਧਾਰ ਤੇ ਵੀ, ਉਦਯੋਗ ਦੇ ਆਧਾਰ ਤੇ ਵੀ, ਤੇ ਜਿਹੜਾ ਟਰਸ਼ਰੀ ਸੈਕਟਰ ਹੈ ਜਿਹਨੂੰ ਤੀਜਾ ਸੈਕਟਰ ਕਿਹਾ ਜਾਂਦਾ ਹੈ, ਉਹਦੇ ਆਧਾਰ ਤੇ ਵੀ। ਖੇਤੀ ਦੇ ਮੁੱਖੋਂ ਤੋਂ ਮੈਂ ਮੁੱਖ ਤੌਰ ਤੇ ਕਹਾਂਗਾ ਕਿ ਸਾਨੂੰ ਕੇਂਦਰੀ ਕੁਦਰਤੀ ਖੇਤੀ ਵੱਲ ਮੁੜਨ ਦੀ ਲੋੜ ਹੈ। ਖੇਤੀ ਵੱਲ ਮੁੜਨ ਦੀ ਲੋੜ ਹੈ। ਦੂਜਾ ਉਹ ਖੇਤੀ ਜਿਹੜੀ ਛੋਟੀ ਕਿਸਾਨੀ ਤੇ ਆਧਾਰਿਤ ਹੋਵੇ। ਛੋਟੀ ਕਿਸਾਨੀ ਦੀ ਜਿਹੜੀ ਸਮੱਸਿਆ ਹੈ ਜਾਂ ਛੋਟੀ ਕਿਸਾਨੀ ਦੀਆਂ ਸੰਭਾਵਨਾਵਾਂ ਨੇ, ਉਹਨੂੰ ਇੰਟਰਨੈਸ਼ਨਲ ਲੈਵਲ ਤੇ ਹੁਣ ਨਵੇਂ ਢੰਗ ਨਾਲ ਦੇਖਿਆ ਜਾ ਰਿਹਾ। ਪੁਰਾਣੇ ਜ਼ਮਾਨੇ 'ਚ ਇਹ ਦੇਖਿਆ ਜਾਂਦਾ ਸੀ ਕਿ ਵੱਡੇ ਕਿਸਮ ਦੀ ਪੈਦਾਵਾਰ ਹੋਵੇ, ਉਹੀ ਚੰਗੀ ਹੁੰਦੀ ਹੈ। ਹੌਲੀ ਹੌਲੀ ਪਤਾ ਲੱਗ ਰਿਹਾ ਕਿ ਸਾਡੀ ਧਰਤੀ ਨੂੰ ਬਚਾਉਣ ਲਈ ਜਿਹੜੀ ਛੋਟੀ ਕਿਸਾਨੀ ਹੈ ਉਹ ਧਰਤੀ ਨਾਲ ਜ਼ਿਆਦਾ ਜੁੜੀ ਹੁੰਦੀ ਹੈ ਔਰ ਸਾਨੂੰ ਕੁਦਰਤੀ ਖੇਤੀ ਕਰਨ ਦੀ ਲੋੜ ਹੈ। ਉਹਦੇ ਨਾਲ ਕੋਆਪਰੇਟਿਵ ਚੱਲ ਸਕਦੀਆਂ ਕਿ ਛੋਟੀ ਕਿਸਾਨੀ ਆਪਸ ਕੋਆਪਰੇਟਿਵ ਬਣਾ ਕੇ ਚੱਲੇ ਤੇ ਲੋਕੀ ਆਪਣੇ ਘਰਾਂ ਦੇ ਵਿੱਚ ਸਬਜ਼ੀਆਂ, ਫਲ, ਗੰਨਾ ਸਾਰਾ ਪੈਦਾ ਕਰਨ। ਜਿੰਨੀ ਜ਼ਿਆਦਾ ਸੈਲਫ ਸਫੀਸ਼ੀਐਂਸੀ ਹੋਵੇ,
ਸ਼ਹਿਰਾਂ ਤੇ ਸਰ ਉੱਥੇ dependent- ਇੱਕ ਹਾਂਜੀ ਬੇਨਤੀ ਸੀਗੀ, ਜਦੋਂ ਹਾਂਜੀ ਤੁਸੀਂ ਗੱਲ ਆਰਥਿਕਤਾ ਦੀ ਸ਼ੁਰੂ ਕਰ ਰਹੇ ਸੀ ਤੇ ਮੈਨੂੰ ਯਾਦ ਆਉਂਦਾ 1996, ਮੈਨੂੰ ਹਾਂਜੀ 1996 ਦਾ ਨਵੰਬਰ ਯਾਦ ਆਉਂਦਾ, ਜਦੋਂ ਕਾਲੀ ਦੇ ਵਿੱਚ ਬੀਬੀ ਰਜਿੰਦਰ ਕੌਰ ਭੱਠਲ ਮੁੱਖ ਮੰਤਰੀ ਬਣਾਤੇ ਜਾਂਦੇ ਆ, ਔਰ ਉਹ ਹਾਂਜੀ ਮੁੱਖ ਮੰਤਰੀ ਬਣਦਿਆਂ ਸਾਰ ਹੀ ਅਗਲੀ ਇਲੈਕਸ਼ਨ ਲੜਨ ਲਈ ਜਿਹੜੀ 6 ਮਹੀਨੇ ਬਾਅਦ ਸੀਗੀ, ਉਹ ਹੂੰ ਰਾਤਾਂ ਤੇ ਰਿਆਇਤਾਂ ਦੀ ਰਾਜਨੀਤੀ ਸ਼ੁਰੂ ਕਰਦੇ ਆ। ਉਹ ਐਸੀ ਹੂੰ ਸਾਡੇ ਗਲ ਪਈ ਜਿਹੜੀ ਬਾਦਲ ਸਾਹਿਬ ਨੇ ਘੁੱਟ ਕੇ ਗਲਵਕੜੀ ਚ ਲੈ ਲਈ, ਔਰ ਉਸ ਹੂੰ ਤੋਂ ਬਾਅਦ ਰੈਵਨਿਊ ਜਨਰੇਟ ਕਰਨ ਲਈ ਕੋਈ ਤਰੀਕਾ ਨਹੀਂ ਲੱਭਿਆ ਗਿਆ। ਲੇਕਿਨ ਹੂੰ ਸਾਡੇ ਖਜ਼ਾਨੇ ਨੂੰ ਸਹੀ ਤਰੀਕੇ ਨਾਲ ਵਰਤਣ ਦੀ ਬਜਾਏ ਇਹਨਾਂ ਰਾਤਾਂ 'ਚ ਲੋਕਾਂ ਨੂੰ ਅਪਾਹਜ ਬਣਾਉਣ ਲਈ ਲਾਇਆ। ਅਸੀਂ ਕਹਿੰਦੇ ਸਭ ਨੂੰ ਦਿਓ, ਰੋਟੀ ਪਾਣੀ ਦਾ ਸਭ ਦਾ ਇੰਤਜ਼ਾਮ ਹੋਣਾ ਚਾਹੀਦਾ, ਲੇਕਿਨ ਹੂੰ ਤੁਸੀਂ ਹਰ ਮਾਮਲੇ 'ਚ ਰਾਤਾਂ ਦਿਓਗੇ, ਰਿਆਇਤਾਂ ਦਿਓਗੇ, ਬੰਦੇ ਕੰਮ ਕਰਨੋਂ ਹਟ ਜਾਂਦੇ ਆ। ਅਸੀਂ ਹੂੰ ਰੁਜ਼ਗਾਰ ਪੈਦਾ ਕਰਨ ਦੀ ਬਜਾਏ ਲੋਕਾਂ ਨੂੰ ਲੋਲੀਪੌਪ ਦਿੱਤੇ। ਤੁਹਾਨੂੰ ਲੱਗਦਾ ਜਿਹੜੀ ਵਿਸ਼ਵ ਪੱਧਰ ਦੀ ਆਰਥਿਕਤਾ ਕੀ ਉਹ ਇਸ ਤਰ੍ਹਾਂ ਦੇ ਠੁੰਮਣਿਆਂ ਨਾਲ ਚੱਲਦੀ ਹੈ ਕਿ ਕੋਈ ਸਟੇਟ ਅੱਗੇ ਤੁਰ ਸਕਦੀ ਹੈ? ਜੇ ਵੋਟ ਰਾਜਨੀਤੀ ਸਿਰਫ ਅਗਲੀ ਸੱਤਾ ਲੈਣ ਲਈ ਹੈ ਤੇ ਫਿਰ ਇਹਦਾ ਮਤਲਬ ਹੈ ਕਿ ਤੁਸੀਂ ਜਿਹੜਾ ਡਿਲੀਵਰ ਕਰਨਾ ਉਹ ਤਾਂ ਕਰਨਾ ਹੀ ਨਹੀਂ। ਦੇਖੋ ਇਹ ਹੈ ਕਿ ਜਿਹੜਾ ਸਰਮਾਏਦਾਰੀ ਸਮਾਜ ਹੈ ਉਹਦੇ ਵਿੱਚ ਬੜੀਆਂ ਵੱਡੀਆਂ ਇਨਇਕੁਆਲਿਟੀਜ਼ ਹੈਗੀਆਂ। ਇਸ ਗੱਲ 'ਚ ਕੋਈ ਸ਼ੱਕ ਨਹੀਂ, ਭਾਵੇਂ ਅਮਰੀਕਾ ਹੈ, ਭਾਵੇਂ ਇੰਡੀਆ, ਭਾਵੇਂ ਇੰਗਲੈਂਡ ਹੈ, ਉਹਦੇ 'ਚ ਬੜੀਆਂ ਇਨਇਕੁਆਲਿਟੀਜ਼ ਹੈ। ਔਰ ਉਹਦੇ ਵਿੱਚ ਜਿਹੜੀ, ਕਿਉਂਕਿ ਸਰਮਾਏਦਾਰੀ ਸਮਾਜ ਦੇ ਵਿੱਚ ਵੀ ਕਈ ਕਿਸਮਾਂ ਦੀਆਂ ਤਬਦੀਲੀਆਂ ਆਉਂਦੀਆਂ ਨੇ। ਕੁਝ ਸਰਮਾਏਦਾਰੀ ਸਮਾਜ ਨੇ ਦੂਜਿਆਂ ਨੂੰ ਬੈਟਰ ਨੇ, ਕੁਝ ਮਾੜੇ ਨੇ। ਜਿਵੇਂ ਸਕੈਂਡੀਨੇਵੀਅਨ ਕੰਟਰੀਜ਼ ਨੇ ਬੈਟਰ ਨੇ, ਉੱਥੇ ਇਨਇਕੁਆਲਿਟੀ ਘੱਟ ਨੇ। ਉਹਦੇ ਤਰੀਕਾ ਇਹ ਹੈ ਕਿ ਜਿਹੜੇ ਅਮੀਰਾਂ ਤੇ ਟੈਕਸ ਲਾਏ ਜਾਣ, ਉਹ ਟੈਕਸ ਹੈ ਜਿਹੜੇ ਉਹ ਯੂਜ਼ ਕੀਤੇ ਜਾਣ ਰੈਵਨਿਊ ਵਧਾਉਣ ਲਈ। ਜਿਹੜੀ ਕਿ ਪੰਜਾਬ ਦੇ ਵਿੱਚ, ਮੈਂ ਕਿਸੇ ਦਿਨ ਤੁਹਾਡੇ ਨਾਲ ਜ਼ਿਆਦਾ ਡਿਟੇਲ 'ਚ ਗੱਲ ਕਰਾਂਗਾ, ਮੈਂ ਇਹਦੇ ਬਾਰੇ ਸੋਚ ਰਿਹਾ, ਇਹਦੇ ਬਾਰੇ ਖੋਜ ਕਰ ਰਿਹਾ ਕਿ ਕਿਵੇਂ ਆਪਾਂ ਇੰਟਰਨਲੀ, ਕਿਉਂਕਿ ਜਿਵੇਂ ਪਹਿਲਾਂ ਗੱਲ ਕੀਤੀ ਹੈ ਕਿ ਅਸੀਂ ਸੈਂਟਰ ਤੇ ਡਿਪੈਂਡੈਂਟ ਨਹੀਂ ਹੋਣਾ, ਤੇ ਸੈਂਟਰ ਤੇ ਨਹੀਂ ਡਿਪੈਂਡੈਂਟ ਹੋਣਾ ਇਹਦਾ ਮਤਲਬ ਹੈ ਕਿ ਸਾਨੂੰ ਫਾਈਨੈਂਸ਼ੀਅਲੀ ਆਪਣੇ ਪੈਰਾਂ ਤੇ ਆਪ ਖੜਾ ਹੋਣਾ ਪਊਗਾ। ਉਹ ਕਿਵੇਂ ਰੈਵਨਿਊ ਜਟਾਉਣੇ ਪੈਣਗੇ। ਜੀ ਜੀ ਬਿਲਕੁਲ। ਤੇ ਦੂਜੇ ਪਾਸੇ ਇਹ ਹੈ ਕਿ ਕੁਝ ਲੋਕੀ ਗਰੀਬ ਹੁੰਦੇ ਆ, ਕੁਝ ਲੋਕੀ ਗਰੀਬ ਹੁੰਦੇ ਆ ਕਿਉਂਕਿ ਉਹਨਾਂ ਕੋਲ ਜ਼ਮੀਨ ਨਹੀਂ ਹੁੰਦੀ, ਜਾਂ ਕੋਈ ਅਪਾਹਜ ਹੈ, ਜਾਂ ਕੋਈ ਬਿਮਾਰ ਹੈ, ਘਰ ਦੇ ਵਿੱਚ ਗੱਲ ਹੋ ਗਈ। ਇਹ ਹਰ ਸਮਾਜ ਦੇ ਵਿੱਚ ਹੁੰਦਾ। ਉਹ ਸਮਾਜ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹਨਾਂ ਲੋਕਾਂ ਦੀ ਮਦਦ ਕੀਤੀ ਜਾਵੇ, ਉਹਨਾਂ ਨੂੰ ਸਬਸਿਡੀ ਦੇਣੀ, ਜਿਵੇਂ ਕਹਿੰਦਾ ਮੁਲਕਾਂ ਦੇ ਵਿੱਚ ਅਨਇੰਪਲੋਇਮੈਂਟ ਬੈਨੀਫਿਟ ਦੇਣਾ, ਚਾਈਲਡ ਬੈਨੀਫਿਟ ਦੇਣਾ, ਸਿੰਗਲ ਮਦਰਸ ਅਲਾਉਂਸ ਦੇਣਾ। ਇਹ ਤਰੀਕਾ ਲੱਭਿਆ ਗਿਆ, ਇਹਨੂੰ ਵੈਲਫੇਅਰ ਕੈਪੀਟਲਿਜ਼ਮ ਕਹਿੰਦੇ ਆ। ਕਿ ਜਿਹੜੇ ਲੋਕੀ ਕਮਜ਼ੋਰ ਹੁੰਦੇ ਆ, ਇਹ ਕੋਈ ਹੁਣ ਦੀ ਗੱਲ ਨਹੀਂ, ਪਹਿਲਾਂ ਤੋਂ ਚੱਲੀ ਆ ਰਹੀ ਹੈ ਕਿ ਇੱਕ ਸਮਾਜ ਦੇ ਵਿੱਚ ਲੋਕੀ ਪਿੱਛੇ ਰਹਿ ਜਾਂਦੇ ਆ, ਉਹਨਾਂ ਦੀ ਮਦਦ ਕਰਨਾ ਸਮਾਜਿਕ ਸਾਡਾ ਫਰਜ਼ ਬਣਦਾ ਹੈ। ਉਹਨਾਂ ਨੂੰ ਬਰਾਬਰ ਦੇਣਾ, ਉਹਨਾਂ ਨੂੰ ਸਨਮਾਨ ਦੇਣਾ, ਉਹਨਾਂ ਨੂੰ ਅਪਾਹਜ ਨਹੀਂ ਮੰਨਣਾ। ਉਹ ਸਾਡੇ ਜਿਹੜਾ ਹਿੰਦੁਸਤਾਨੀ ਸਮਾਜ ਆ ਉਹਦੇ 'ਚ ਬਹੁਤ ਕਮਜ਼ੋਰੀ ਆ, ਕੋਈ ਤਰੀਕਾ ਨਹੀਂ। ਜੋ ਪਿੱਛੇ ਰਹਿ ਗਿਆ ਸੋ ਰਹਿ ਗਿਆ। ਤਾਂ ਉਹ ਆਰਥਿਕ ਤਰੀਕੇ, ਖੇਤੀ ਦੇ ਪੱਖੋਂ ਆਪਾਂ ਨੂੰ ਇੱਕ ਤਾਂ ਵੱਡੀ ਗੱਲ ਇਹ ਹੈ ਕਿ ਜੇ ਆਪਣੇ ਕਿਸਾਨ ਮੋਰਚਾ ਕਾਮਯਾਬ ਹੋਊਗਾ ਵੀ ਕਾਮਯਾਬ, ਤਾਂ ਅਸੀਂ ਉਸੇ ਖੇਤੀ ਵੱਲ ਨਹੀਂ ਮੁੜਨਾ ਦੁਬਾਰਾ ਫੇਰ ਕਿ ਉਹ ਫਰਟੀਲਾਈਜ਼ਰ ਪਾਈ ਜਾਓ, ਇਨਸੈਕਟੀਸਾਈਡ ਪਾਈ ਜਾਓ। ਤਾਂ ਸਾਨੂੰ ਕੁਦਰਤੀ ਖੇਤੀ ਵੱਲ ਮੁੜਨਾ ਪਊਗਾ, ਤੇ ਪੰਜਾਬ ਦੀ ਜਿਹੜੀ ਸਰਕਾਰ ਹੈ ਉਹਨੂੰ ਇਹਦੇ ਵੱਲ ਧਿਆਨ ਦੇਣਾ ਪਊ ਬਹੁਤ ਡੂੰਘਾ, ਕਿ ਜੇ ਕਿਸਾਨ ਮੁੜਦੇ ਆ ਕੁਦਰਤੀ ਖੇਤੀ ਵੱਲ, ਤਾਂ ਜਿਹੜੀ ਕੁਦਰਤੀ ਖੇਤੀ ਚੋਂ ਪੈਦਾਵਾਰ ਕਰਦੇ ਆ ਕੋਆਪਰੇਟਿਵ ਦੇ ਢੰਗ ਨਾਲ ਕਰਨ, ਛੋਟੀ ਕਿਸਾਨੀ ਦੇ ਤਰੀਕੇ ਨਾਲ ਪੈਦਾ ਕਰਨ, ਉਸ ਪੈਦਾਵਾਰ ਨੂੰ ਕਿਵੇਂ ਸੰਭਾਲਣਾ ਹੈ ਤੇ ਕਿਵੇਂ ਯੂਜ਼ ਕਰਨਾ ਹੈ। ਔਰ ਉਹਦੇ ਚਾਂਸਸ ਬਣ ਰਹੇ ਨੇ, ਕਿਉਂਕਿ ਸ਼ਹਿਰਾਂ ਦੇ ਜਿਹੜੇ ਕੰਜ਼ਿਊਮਰ ਨੇ ਉਹ ਹੁਣ ਚਾਹੁੰਦੇ ਆ ਕਿ ਸਾਨੂੰ ਆਰਗੈਨਿਕ ਵੈਜੀਟੇਬਲ ਮਿਲਣ, ਆਰਗੈਨਿਕ ਫਰੂਟਸ ਮਿਲਣ, ਆਰਗੈਨਿਕ ਆਟਾ ਮਿਲੇ। ਉਹ ਨਹੀਂ ਚਾਹੁੰਦੇ, ਉਹਨਾਂ ਨੂੰ ਪਤਾ ਹੈ ਕਿ ਅਸੀਂ ਇਹ ਜਿਹੜਾ ਫਰਟੀਲਾਈਜ਼ਰ ਵਾਲਾ ਖਾਣਾ ਸਾਡੇ ਲਈ ਹਾਨੀਕਾਰਕ ਹੈ। ਔਰ ਜਿਹੜੀ ਸਿਹਤ ਹੈ ਬਹੁਤ ਵੱਡੀ ਚੀਜ਼ ਹੈ। ਸਿਹਤ ਕੱਲਾ ਇਹ ਨਹੀਂ ਹੁੰਦਾ ਕਿ ਸਿਹਤ ਤੁਹਾਡੀ, ਤੁਸੀਂ ਸਿਹਤਮੰਦ ਹੋ ਠੀਕ ਆ, ਤੁਹਾਨੂੰ ਬਿਮਾਰੀ ਨਹੀਂ। ਸਿਹਤ ਦਾ ਮਤਲਬ ਹੈ ਕਿ ਤੁਸੀਂ ਜਦੋਂ ਤਾਕਤਵਰ ਹੈ, ਤੁਸੀਂ ਪੈਦਾਵਾਰ ਵੀ ਜ਼ਿਆਦਾ ਕਰਦੇ, ਤੁਸੀਂ ਕਿਸਾਨੀ ਤੁਸੀਂ ਜੋ ਵੀ ਕੰਮ ਕਰਨਾ, ਜਦੋਂ ਤੁਸੀਂ ਸਿਹਤਮੰਦ ਹੈ, ਜਦੋਂ ਲੋਕੀ ਬਿਮਾਰ ਹੋ ਜਾਂਦੇ ਆ। ਹੁਣ ਇਹਨਾਂ ਮੁਲਕਾਂ ਨੇ ਇਹ ਗੱਲ ਸਮਝ ਲਈ ਹੈ ਕਿ ਜਿਹੜਾ ਬੰਦੇ ਨੂੰ ਬਿਮਾਰ ਹੋਣ ਤੋਂ ਰੋਕਣਾ ਹੈ, ਉਹਦਾ ਫਾਇਦਾ ਸਮਾਜ ਨੂੰ। ਜਿਹੜਾ ਬੰਦਾ ਬਿਮਾਰ ਨਹੀਂ ਹੁੰਦਾ, ਉਹ ਪੈਦਾਵਾਰ ਕਰਦਾ, ਉਹ ਘੱਟ ਖਰਚ ਕਰਦਾ। ਤਾਂ ਇੱਕ ਤਾਂ ਇਹ ਹੈ ਕਿ ਇਹਦੇ 'ਚ ਆਪਾਂ ਨੂੰ ਇਹ ਤਬਦੀਲੀ ਕਰਨੀ ਪਊਗੀ, ਇਹਦੀਆਂ ਡਿਟੇਲਸ ਵਰਕਆਊਟ ਕਰਨੀਆਂ ਪੈਣਗੀਆਂ। ਪ੍ਰੋਫੈਸਰ ਸਾਹਿਬ ਜਿਹੜੀ ਨੀਤੀ ਔਰ ਨੀਅਤ ਨੂੰ ਲਕਵਾ ਮਾਰ ਜਾਂਦਾ ਹੈ, ਜਿੱਥੇ ਸਾਡੀ ਬਿਊਰੋਕ੍ਰੇਸੀ ਦੇ ਨਜ਼ਰੀਏ ਨੂੰ ਅਧਰੰਗ ਮਾਰ ਜਾਂਦਾ ਹੈ, ਜਿੱਥੇ ਸਾਡੇ ਪੋਲੀਟੀਸ਼ੀਅਨ ਦੀ ਵਿਲ ਖਤਮ ਹੋ ਜਾਂਦੀ ਆ, ਜਿੱਥੇ ਸਾਡੇ ਸਮਾਜ ਦੀ ਵਿਵਸਥਾ ਗਰਕ ਜਾਂਦੀ ਆ, ਉੱਥੇ ਫਿਰ ਸ਼ੁਰੂਆਤ ਬੰਦਾ ਕਿੱਥੋਂ ਕਰੇ? ਸਾਨੂੰ ਤਾਂ ਲੱਗਦਾ ਸਾਨੂੰ ਤਾਂ ਕੋਈ ਤੰਦ ਹੀ ਨਹੀਂ ਫੜੀ ਜਾਂਦੀ, ਸ਼ੁਰੂ ਕਿੱਥੋਂ ਕਰੀਏ? ਅੱਜ ਦੇ ਦਿਨ ਦੇ ਵਿੱਚ ਵੀ ਜੇਕਰ ਪੂਰੀ ਸਟੇਟ ਵੱਲ ਝਾਤੀ ਮਾਰਦੇ ਆ, ਲੋਕ ਠੀਕ ਠਾਕ ਰੋਟੀ ਪਾਣੀ ਖਾਂਦੇ ਆ, ਪਰ ਸਟੇਟ ਜਿਹੜੀ ਆ ਉਹ ਠੂਠਾ ਫੜ ਕੇ ਤੁਰੀ ਫਿਰਦੀ। ਸਾਡਾ ਵਿੱਤ ਮੰਤਰੀ ਕੱਲ ਉੱਥੇ GST ਨੂੰ ਲੈ ਕੇ ਰੋਣੇ ਰੋਈ ਜਾਂਦਾ ਸੀਗਾ। ਇਹੀ ਸਾਡਾ ਜਿਹੜਾ ਵਿੱਤ ਮੰਤਰੀ ਸੀ, ਪਹਿਲਾਂ ਕਹਿੰਦਾ ਸੀਗਾ GST ਲਾਗੂ ਹੋਣ ਤੋਂ ਬਾਅਦ ਪੰਜਾਬ ਨੂੰ ਸਭ ਤੋਂ ਵੱਧ ਫਾਇਦਾ ਹੋਊਗਾ। ਸਭ ਤੋਂ ਪਹਿਲਾ ਵਿਅਕਤੀ ਸੀ ਪੰਜਾਬ 'ਚ ਜਿਹੜਾ ਇਨ ਦੀ ਫੇਵਰ 'ਚ ਬੋਲਦਾ ਸੀਗਾ। ਕੁੱਲ ਮਿਲਾ ਕੇ ਅਸੀਂ
ਆਪਣੀ ਇੱਕ ਕੰਸਿਸਟੈਂਟ ਸੋਚ ਬਣਾਉਣ 'ਚ ਨਾਕਾਮਯਾਬ ਹੋਏ ਆ। ਪੋਲੀਟੀਸ਼ੀਅਨਸ ਸਿਰਫ ਤੇ ਸਿਰਫ ਕੁਰਸੀ ਬਚਾਉਣ, ਉਹਨੂੰ ਪਕੜ ਕੇ ਘੁੱਟ ਕੇ ਰੱਖਣ ਤੱਕ ਸੀਮਤ ਹੈ। ਅਦਰਵਾਈਜ਼ ਇਹ ਸਟੇਟ ਇੰਨੀ ਨਾ ਮਰਦੀ, ਅਸੀਂ ਬਾਹਰ ਜਾ ਕੇ ਝੰਡੇ ਗੱਡਦੇ ਆ, ਤੁਸੀਂ ਸਾਰੇ ਲੋਕਾਂ ਨੇ ਸਾਨੂੰ ਸਨਮਾਨ ਦਿਵਾਤੇ। ਘਰ ਸਾਡੀ ਉਹ ਹਾਲਤ ਆ ਜਿਹੜੀ ਹਾਲਤ ਸਾਥੋਂ ਦੇਖੀ ਨਹੀਂ ਜਾਂਦੀ। ਨਹੀਂ, ਬਿਲਕੁਲ ਠੀਕ ਹੈ ਤੁਹਾਡੀ ਕਿ ਪੰਜਾਬ ਦੇ ਵਿੱਚ ਬਹੁਤ ਵੱਡੀ ਸਿਆਸੀ ਘਾਟ ਹੈ ਕਿ ਪੰਜਾਬ ਆਧਾਰਿਤ ਪੰਜਾਬ ਦੇ ਲੋਕਾਂ ਨਾਲ ਜੁੜੀ, ਪੰਜਾਬ ਦੇ ਲੋਕਾਂ ਦੀਆਂ ਮੰਗਾਂ ਨਾਲ ਜੁੜੀ, ਪੰਜਾਬ ਦੀਆਂ ਜਿਹੜੀਆਂ ਹਿਸਟੋਰੀਕਲ ਨੈਸੈਸਿਟੀਜ਼ ਆ ਉਹਨਾਂ ਨਾਲ ਜੁੜੀ ਸਿਆਸੀ ਪਾਰਟੀ ਨਹੀਂ ਉਭਰੀ। ਔਰ ਅਕਾਲੀ ਦਲ ਕਿਸੇ ਜ਼ਮਾਨੇ 'ਚ ਹੁੰਦੀ ਸੀ, ਜਿਹੜਾ ਅਨੰਦਪੁਰ ਸਾਹਿਬ ਰੈਜ਼ੋਲੂਸ਼ਨ ਦਾ ਮਤਾ ਹੈ ਉਹ ਇਸੇ ਚੋਂ ਪੈਦਾ ਹੋਇਆ ਸੀ। ਉਹਦੇ ਸੁਧਾਰ ਕੀਤੇ ਜਾ ਸਕਦੇ, ਉਹਦੇ ਤਬਦੀਲੀਆਂ ਕੀਤੀਆਂ ਜਾ ਸਕਦੀਆਂ, ਪਰ ਉਹ ਇੱਕ ਵਧੀਆ ਇੱਕ ਸੋਚ ਸੀਗੀ ਜਿਹੜੀ ਕਿ ਇੱਕ ਦਿਨ 'ਚ ਨਹੀਂ ਪੈਦਾ ਹੋਈ ਸੀ। ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਉਹ ਜਿਹੜੀ ਕਮੇਟੀ ਸੀ ਜਿਹਨੇ ਅਨੰਦਪੁਰ ਸਾਹਿਬ ਰੈਜ਼ੋਲੂਸ਼ਨ ਕੀਤਾ, ਉਹਦੀਆਂ 11 ਮੀਟਿੰਗਾਂ ਹੋਈਆਂ ਸੀ 2 ਸਾਲਾਂ ਦੇ ਵਿੱਚ। ਅੱਛਾ। ਔਰ ਉਹਦੇ 'ਚ ਜਿੰਨੇ ਸਿਆਣੇ ਬੰਦੇ ਸੀ ਉਹਨਾਂ ਦੇ ਉਸ ਵਕਤ ਜਿਹੜੇ ਮਿਲ ਸਕਦੇ ਸੀ, ਉਹਨਾਂ ਨੇ ਅਲੱਗ-ਅਲੱਗ ਥਾਵਾਂ ਤੇ ਇੰਨੀਆਂ ਮੀਟਿੰਗਾਂ ਕੀਤੀਆਂ ਔਰ ਇੱਕ ਡਰਾਫਟ ਪੈਦਾ ਕੀਤਾ। ਉਹ ਸੋਚ ਵਿਚਾਰ ਤੋਂ ਨਿਕਲੀ ਚੂਜ ਹੈ। ਤੇ ਆਪਾਂ ਕਿਸੇ ਦਿਨ ਉਹਦੇ ਬਾਰੇ ਹੋਰ ਡਿਟੇਲ 'ਚ ਗੱਲ ਕਰਾਂਗੇ, ਪਰ ਮੁੱਖ ਗੱਲ ਇਹ ਹੈ ਕਿ ਪੰਜਾਬ ਦੀ ਇਹ ਦੁਰਦਸ਼ਾ ਕਹਿ ਲਓ, ਦੁਰਭਾਗ ਕਹਿ ਲਓ, ਔਰ ਉਹਦਾ ਦੁਰਭਾਗ ਦਾ ਕਾਰਨ ਇਹ ਵੀ ਹੈ ਕਿ ਕੇਂਦਰ ਜਿਹੜੀ ਸਾਡੀ ਰਾਜਸੀ ਅਵਸਥਾ ਡਿਵੈਲਪ ਹੋਈ ਹੈ ਕਲੋਨੀਅਲਿਜ਼ਮ ਤੋਂ ਜਾਣ ਤੋਂ ਬਾਅਦ, ਉਹ ਬਹੁਤ ਸੈਂਟਰਲਿਸਟ ਸੀ। ਸਾਡਾ ਕਨਸਟੀਟਿਊਸ਼ਨ ਹੀ ਬਹੁਤ ਸੈਂਟਰਲਿਸਟ ਹੈ। ਕਨਸਟੀਟਿਊਸ਼ਨ ਦੇ ਵਿੱਚ ਕਹਿੰਦੇ ਆ ਫੈਡਰਲ ਹੈ ਨਹੀਂ, ਜ਼ਿਆਦਾ ਸਟਰੋਂਗ ਸੈਂਟਰਲਿਸਟ ਟੈਂਡੈਂਸੀਜ਼ ਹੈ। ਇਹਦੇ ਲਈ ਪੰਜਾਬ ਦੇ ਵਿੱਚ ਕੋਈ ਰਾਜਸੀ ਪਾਰਟੀ ਉੱਠਦੀ ਹੈ ਤਾਂ ਉਹਨੂੰ ਦੂਜੀਆਂ ਖੇਤਰੀ ਪਾਰਟੀਆਂ ਨਾਲ ਵੀ ਸਮਝੌਤਾ ਕਰਕੇ ਸੰਘਰਸ਼ ਕਰਨ ਦੀ ਲੋੜ ਹੈ ਕਿ ਇਸ ਕਨਸਟੀਟਿਊਸ਼ਨ ਨੂੰ ਚੇਂਜ ਕਰਨ ਦੀ ਲੋੜ ਹੈ। ਜਿਹੜਾ ਹੁਣ ਸਿਸਟਮ ਹੈ ਕੇਂਦਰ ਦੇ ਰਾਜਾਂ ਦਾ, ਉਹਨੂੰ ਚੇਂਜ ਕਰਨ ਦੀ ਲੋੜ ਹੈ। ਰਾਜ ਹੈ ਜਿਹੜੇ ਉਹ ਇੱਕ ਮਿਊਨਿਸਪਲ ਕਮੇਟੀ ਬਣ ਚੁੱਕੇ ਹੈ। ਮੈਂ ਜਦੋਂ ਮੈਂ ਇੱਕ ਵਾਰੀ ਫਿਰ ਉੱਥੇ ਆਉਣਾ ਚਾਹੁੰਦਾ, ਜਦੋਂ ਇਹ ਲਹਿਰ ਪੰਜਾਬ 'ਚ ਉੱਠਦੀ ਆ ਵੱਧ ਅਧਿਕਾਰਾਂ ਦੀ, ਅਨੰਦਪੁਰ ਸਾਹਿਬ ਦਾ ਮਤਾ ਰਿਪਰੈਜ਼ੈਂਟ ਕਰਦਾ ਉਹ ਸਾਰੀ ਸੋਚ ਨੂੰ। ਪੰਜਾਬ ਦੇ ਅਕਾਲੀ ਜਿਹੜੇ ਸੀ ਐਮਰਜੈਂਸੀ ਦੇ ਖਿਲਾਫ ਵੀ ਖੜੇ ਹੁੰਦੇ, ਭਾਵੇਂ ਸਾਰੇ ਮੁੜ ਕੇ ਭੁਗਤਿਆ ਪੰਜਾਬ ਨੇ, ਅਸੀਂ 84 ਹੰਡਾਈ ਸਾਰਾ ਕੁਝ ਹੈ। ਅੱਜ ਉਹ ਜਿਹੜੀ ਸੋਚ ਸੀ ਉਹ ਦੂਜੀਆਂ ਸਟੇਟਸ ਦੇ ਵਿੱਚ ਬੇਸ਼ੱਕ ਮਮਤਾ ਦੇ ਰੂਪ ਦੇ ਵਿੱਚ ਹੈ ਜਾਂ ਬਾਕੀ ਜਿਹੜਾ ਅਸੀਂ ਦੇਖ ਰਹੇ ਹਾਂ, ਇੱਕ ਪੂਰੇ ਦਾ ਪੂਰਾ ਫੈਲਾਅ ਖੇਤਰੀ ਪਾਰਟੀਆਂ ਔਰ ਖੇਤਰੀ ਜਿਹੜੀ ਕਲਚਰ ਦੀ ਰੂਪ ਮਾਨਤਾ ਹੈ ਉਹਦੇ ਰੂਪ 'ਚ ਨਿਖਰ ਕੇ ਸਾਹਮਣੇ ਆਇਆ। ਉਸ ਵੇਲੇ ਅਸੀਂ ਸੈਂਟਰ ਨਾਲ ਭਾਈਵਾਲੀ ਕਰ ਲਈ। ਸਾਡੀ ਜਿਹੜੀ ਇੱਕ ਤਾਂ ਸੱਤਾ, ਮੌਜੂਦਾ ਸੱਤਾ, ਇਹ ਚੁੱਪ ਚਪੀਤੇ ਸੈਂਟਰ ਦੇ ਨਾਲ ਪੈਰ 'ਚ ਪੈਰ ਰੱਖੀ ਜਾਂਦੀ ਹੈ, ਤੇ ਜਿਹੜੀ ਸਾਡੀ ਪਹਿਲੀ ਸੀਗੀ ਉਹ ਹਰ ਮਾਮਲੇ 'ਚ ਹਾਂ ਪੱਖੀ ਸੀ। ਹੁਣ ਜਦੋਂ ਵੇਖਿਆ ਕਿ ਘਰੇ ਕੁਝ ਨਹੀਂ ਬਚਣਾ, ਅਕਾਲੀਆਂ ਨੇ ਤੇ ਵਾਪਸ ਮੁੜਿਆ। ਲੋਕ ਅਜੇ ਵੀ ਇਹ ਪ੍ਰਵਾਨ ਕਰਨ ਨੂੰ ਤਿਆਰ ਨਹੀਂ ਗਏ ਕਿ ਤੁਸੀਂ ਛੱਡ ਆਏ ਹੋ, ਕਿਉਂਕਿ ਤੁਸੀਂ ਆਪਣੀ ਮਜਬੂਰੀ 'ਚ ਛੱਡਿਆ। ਪੰਜਾਬ ਦੀ ਅਣਖ ਤੇ ਗੈਰਤ ਹੌਲੀ ਹੌਲੀ ਘਟਦੀ ਗਈ, ਮਰਦੀ ਗਈ। ਅਸੀਂ ਬਾਗੀਆਨਾ ਤਬੀਅਤ ਤੋਂ, ਵਿਦਰੋਹੀ ਸੁਰ ਤੋਂ, ਤਕੜੇ ਨਾਲ ਪੰਗਾ ਲੈਣ ਦੀ ਸੁਰ ਤੋਂ ਪਿਛਾਂ ਆ ਗਏ। ਤੁਹਾਨੂੰ ਲੱਗਦਾ ਕਿ ਸਾਡੀ ਪਰਵਰਿਸ਼ ਵਿੱਚ ਖਾਮੀਆਂ ਆਈਆਂ, ਅਸੀਂ ਅੱਗੇ ਨਾਲੋਂ ਕਮਜ਼ੋਰ ਪੈ ਗਏ ਮਾਨਸਿਕ ਤੌਰ ਤੇ, ਜਾਂ ਅਸੀਂ ਆਪਣੀਆਂ ਮਟੀਰੀਅਲ ਜ਼ਰੂਰਤਾਂ ਜਿਹੜੀਆਂ ਪੂਰੀਆਂ ਕਰਨ ਲਈ ਪਦਾਰਥਵਾਦੀ ਨਜ਼ਰੀਏ ਕਰਕੇ ਕਿ ਸਾਨੂੰ ਆਹ ਮਿਲ ਜੇ, ਉਸ ਕਰਕੇ ਅਸੀਂ ਆਪਣਾ ਮੂਲ ਖਾਸਾ, ਕਲਚਰਲ ਖਾਸਾ ਗਵਾ ਲਿਆ। ਹੁਣ ਉਹ ਲੋਕ ਤਾਂ ਸਟਰਗਲ ਕਰਦੇ ਆਪਣੇ ਖਿੱਤਿਆਂ ਲਈ ਤੇ ਲੜਦੇ ਹੋਏ ਅੱਗੇ ਉੱਭਰਦੇ ਆ ਤੇ ਵੱਡੇ ਨਾਮ ਹੀ ਬਣ ਗਏ, ਔਰ ਅਸੀਂ ਅੰਦਰ ਵੜ ਗਏ। ਤੁਹਾਨੂੰ ਲੱਗਦਾ ਕਿ ਪੰਜਾਬ ਮੁੜ ਕੇ ਕਿਸਾਨੀ ਅੰਦੋਲਨ ਤੋਂ ਬਾਅਦ ਉਸ ਰੂਪ ਦੇ ਵਿੱਚ ਪ੍ਰਜਵਲਿਤ ਹੋਊਗਾ, ਦੁਬਾਰਾ ਉਸ ਤਰ੍ਹਾਂ ਦੀ ਭਾਵਨਾ ਜਿਹੜੀ ਹੈ ਉਹ ਵਿਸਥਾਰ ਕਰ ਲੂਗੀ ਅੰਦਰ? ਇਹ ਗੱਲ ਤੁਹਾਡੀ ਬਿਲਕੁਲ ਠੀਕ ਹੈ। ਮੈਂ ਇੰਝ ਸੋਚਦਾ ਹਾਂ ਕਿ ਜਦੋਂ ਵੀ ਕਿਤੇ ਕੋਈ ਨਵਾਂ ਵਿਚਾਰ ਪੈਦਾ ਹੁੰਦਾ ਹੈ ਜਾਂ ਨਵੀਂ ਲਹਿਰ ਪੈਦਾ ਹੁੰਦੀ ਹੈ, ਕਈ ਵਾਰ ਇਹ ਹੁੰਦਾ ਹੈ ਕਿ ਜਿਸ ਜਗ੍ਹਾ ਤੇ ਉਹ ਲਹਿਰ ਤੇ ਨਵਾਂ ਆਈਡੀਆ ਪੈਦਾ ਹੁੰਦਾ ਹੈ ਉੱਥੇ ਕਮਜ਼ੋਰ ਹੋ ਜਾਂਦੀ, ਦੂਜੀ ਥਾਂ ਤੇ ਫੜ ਲੈਂਦੀ ਹੈ। ਜਦੋਂ ਅਨੰਦਪੁਰ ਸਾਹਿਬ ਦਾ ਰੈਜ਼ੋਲੂਸ਼ਨ ਵੀ ਆਇਆ ਹੈ, ਉਸ ਤੋਂ ਬਾਅਦ ਕਈ ਲੋਕਾਂ ਨੂੰ ਪਤਾ ਇਸੇ ਤਰ੍ਹਾਂ ਦਾ ਹੀ ਬੰਗਾਲ ਦੇ ਵਿੱਚ ਕੈਲਕਟਾ ਰੈਜ਼ੋਲੂਸ਼ਨ ਸੀ, ਇਸੇ ਤਰ੍ਹਾਂ ਦਾ ਸ਼੍ਰੀਨਗਰ ਰੈਜ਼ੋਲੂਸ਼ਨ ਸੀ। ਇਹ ਠੀਕ ਹੈ ਕਿ ਪਿੱਛੇ ਹਟ ਗਏ। ਮੈਂ ਨਹੀਂ ਕਹਿੰਦਾ ਕਿ ਅਨੰਦਪੁਰ ਸਾਹਿਬ ਰੈਜ਼ੋਲੂਸ਼ਨ ਨੂੰ ਵਾਪਸ ਲਿਆਂਦਾ ਜਾਵੇ, ਉਹਨੂੰ ਹੋਰ ਢੰਗ ਨਾਲ ਦੇਖਿਆ ਜਾ ਸਕਦਾ, ਪਰ ਉਹ ਸੋਚਣੀ ਹੈ ਜਿਹੜੀ, ਉਹ ਸੋਚਣੀ ਦਾ ਹੀ ਅਸਰ ਹੈ ਕਿ ਹੁਣ ਰਾਜਸੀ ਪਾਰਟੀਆਂ, ਖੇਤਰੀ ਰਾਜਸੀ ਪਾਰਟੀਆਂ ਜਿਵੇਂ ਮਮਤਾ ਬੈਨਰਜੀ ਹੈ, DMK ਹੈ, ਬੰਗਾਲ ਦੇ ਵਿੱਚ CPM ਹੈ, ਤਾਮਿਲਨਾਡੂ ਦੇ ਵਿੱਚ DMK ਆ ਗਈ ਹੈ, ਉਸੇ ਤਰ੍ਹਾਂ ਆਂਧਰਾ ਪ੍ਰਦੇਸ਼ ਦੇ ਵਿੱਚ ਤੇਲਗੂ ਦੇਸ਼ਮ ਹੈ, ਉਹ ਉੱਠ ਰਹੀਆਂ ਨੇ। ਔਰ ਉਹੀ ਵਿਚਾਰ ਹੈ ਜਿਹੜਾ ਉੱਥੋਂ ਆਇਆ ਸੀ। ਕਈ ਵਾਰੀ ਹੁੰਦਾ ਹੈ ਕਿ ਜਿੱਥੋਂ ਪੈਦਾ ਹੋਇਆ ਉੱਥੇ ਕਮਜ਼ੋਰ ਹੋ ਗਿਆ ਔਰ ਦੂਜੀ ਜਗ੍ਹਾ ਤੇ ਜਾ ਕੇ ਕਮਜ਼ੋਰ ਹੁੰਦਾ। ਇਹਨੂੰ ਅਸੀਂ ਕਹਿੰਦੇ 2 steps forward 1 step backward। ਇੱਕ ਹੁੰਦਾ ਕਈ ਵਾਰ ਹੁੰਦਾ 1 step forward 2 steps backward, ਇਹ ਹੁੰਦੀ ਗੱਲ। ਪਰ ਦੂਜੇ ਪਾਸੇ ਇਹ ਵੀ ਹੈ ਜਿਹੜੀ ਤੁਸੀਂ ਕਿ ਪਹਿਲਾਂ ਵੀ ਇੰਡੀਕੇਟ ਕਰ ਚੁੱਕੇ ਹੋ, ਕਿਸਾਨ ਲਹਿਰ ਨੇ ਜਿਹੜੀ ਸਾਡੇ 'ਚ ਨਿਰਾਸ਼ਾ ਪੈਦਾ ਹੋਈ ਸੀ ਕਿ ਅਸੀਂ ਤਾਂ ਮਰ ਚੁੱਕੇ ਹਾਂ, ਕੁਛ ਕਰਨ ਜੋਗੇ ਨਹੀਂ, ਉਹਨੂੰ ਤੋੜਿਆ, ਨਵਾਂ ਜੋਸ਼ ਪੈਦਾ ਕੀਤਾ, ਨਵੇਂ ਖਿਆਲ ਪੈਦਾ ਕੀਤੇ ਆ, ਨਵੀਂ ਸੱਭਿਆਚਾਰਕ ਚੇਤਨਾ ਕੀਤੀ ਹੈ, ਨਵਾਂ ਭਾਈਚਾਰਾ ਪੈਦਾ ਕੀਤਾ।
ਉਸ ਨੂੰ ਅੱਗੇ ਲਿਜਾਣ ਦੀ ਲੋੜ ਹੈ। ਹੁਣ ਇਹ ਕਿਸਾਨ ਜਥੇਬੰਦੀਆਂ ਪਤਾ ਨਹੀਂ ਕੀ ਸੋਚ ਰਹੀਆਂ ਨੇ ਅਗਲੇ ਇਲੈਕਸ਼ਨਾਂ ਬਾਰੇ, ਕਿਉਂਕਿ ਉਹਨਾਂ ਦੇ ਵਿੱਚ ਹੀ ਮੈਨੂੰ ਲੱਗਦਾ ਦੋ ਕਿਸਮ ਦੇ ਵਿਚਾਰ ਨੇ। ਕੁਝ ਲੋਕੀ ਕਹਿੰਦੇ ਆ ਕਿ ਸਾਨੂੰ ਸਿਆਸਤ 'ਚ ਨਹੀਂ ਜਾਣਾ ਚਾਹੀਦਾ ਕਿਉਂਕਿ ਸਿਆਸਤ ਤੋਂ ਲੋਕਾਂ ਦਾ ਮਨ ਉੱਠ ਚੁੱਕਾ ਹੈ ਔਰ ਉਹ ਉਹਨਾਂ ਤੇ ਵਿਸ਼ਵਾਸ ਨਹੀਂ ਕਰਨਗੇ, ਅਸੀਂ ਇਸੇ ਗੱਲ ਤੇ ਲੱਗੇ ਰਹੀਏ। ਕੁਝ ਲੋਕੀ ਸਮਝਦੇ ਆ ਕਿ ਅੱਗੇ ਆਉਣਾ ਚਾਹੀਦਾ। ਮੈਂ ਸਮਝਦਾ ਕਿ ਉਹਨਾਂ ਨੂੰ ਇਹਦੇ ਬਾਰੇ ਡੂੰਘੀ ਸੋਚ ਕਰਨ ਦੀ ਲੋੜ ਹੈ। ਮੈਂ ਨਹੀਂ ਕਹਿੰਦਾ ਜੇ ਤੁਸੀਂ ਕੁਝ ਸਿਸਟਮ ਬਦਲਣਾ ਚਾਹੁੰਦੇ ਹੋ ਤਾਂ ਤੁਹਾਨੂੰ ਸੱਤਾ ਤੋਂ ਬਿਨਾਂ ਹੋਰ ਕੋਈ ਤਰੀਕਾ ਹੀ ਨਹੀਂਗਾ ਬਦਲਣ ਲਈ। ਬਿਲਕੁਲ 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 ਪੋਲੀਟੀਕਲ ਪਾਵਰ, ਇਹ ਨਹੀਂ ਮੈਂ ਕਹਿੰਦਾ ਕਿ ਜ਼ਰੂਰੀ ਹੈ ਇਲੈਕਸ਼ਨ ਲੜਨਾ, ਜ਼ਰੂਰੀ ਹੈ ਰਾਜਸੀ ਜਿੱਤ ਪ੍ਰਾਪਤ ਕਰਨੀ, ਪਰ ਇਹ ਹੈ ਕਿ ਤੁਸੀਂ ਜੇ ਪਹਿਲਾਂ ਗੱਲ ਸ਼ੁਰੂ ਕਰ ਲਓ ਤਾਂ ਅਲਟੀਮੇਟਲੀ ਉੱਥੇ ਆਉਣੀ ਚਾਹੀਦੀ ਹੈ, ਕਿਉਂਕਿ ਜਿਹੜੀਆਂ ਤਬਦੀਲੀਆਂ ਤੁਸੀਂ ਰਾਜਸੀ ਸੱਤਾ ਜਾ ਕੇ ਕਰ ਸਕਦੇ ਆ, ਰਾਜਸੀ ਸੱਤਾ ਤੋਂ ਬਾਹਰ ਨਹੀਂ ਕਰ ਸਕਦੇ। ਰਾਜਸੀ ਸੱਤਾ ਤੋਂ ਬਾਹਰ ਜਿਹੜੀਆਂ ਐਕਟੀਵਿਟੀਜ਼ ਨੇ ਉਹ ਵੀ ਤੁਹਾਨੂੰ ਉਸ ਰਾਜਸੀ ਸੱਤਾ ਤੱਕ ਲਿਜਾਣੀਆਂ ਚਾਹੀਦੀਆਂ ਨੇ। ਇਸ ਕਰਕੇ ਜੇ ਕਿਸਾਨ ਜਥੇਬੰਦੀਆਂ ਇਕਮੁੱਠ ਹੋ ਕੇ ਇਹ ਫੈਸਲਾ ਕਰਨ, ਮੈਂ ਪਹਿਲਾਂ ਵੀ ਤੁਹਾਡੇ ਲੈਕਚਰ ਤੇ ਕੀਤਾ ਸੀ, ਮੇਰਾ ਆਪਣਾ ਖਿਆਲ ਹੈ ਕਿ ਕਿਸਾਨ ਲਿਸਟ ਬਣਨੀ ਚਾਹੀਦੀ 117 ਦੀ 17 ਕਾਂਸਟੀਟੂਐਂਸੀ ਤੇ ਇੱਕ ਕਿਸਾਨ ਲਿਸਟ ਹੋਵੇ, ਸੋਚ ਵਿਚਾਰ ਕੇ ਬਿਲਕੁਲ ਤਾੜ ਕੇ ਉਹਦੇ ਚ ਮੈਂ ਮਦਦ ਕਰਨ ਲਈ ਤਿਆਰ ਹਾਂ ਕਿ ਕਿਸ ਤਰ੍ਹਾਂ ਦੀ ਹੋਵੇ। ਉਹਦੇ ਚ ਅਸੀਂ ਇੱਕ ਫਾਰਮੂਲਾ ਅਡਾਪਟ ਕਰ ਸਕਦੇ ਹਾਂ ਕਿ ਜਿਹੜਾ ਬੰਦਾ ਇਸ ਲਹਿਰ ਨਾਲ ਜੁੜਿਆ ਹੋਵੇ, ਇਮਾਨਦਾਰ ਹੋਵੇ, ਲੋਕਾਂ ਚ ਉਹਦੀ ਪਛਾਣ ਹੋਵੇ, ਬੇਸ਼ੱਕ ਪੈਸੇ ਵੱਲੋਂ ਕਮਜ਼ੋਰ ਵੀ ਹੋਏ, ਕੋਈ ਗੱਲ ਨਹੀਂ, ਪੈਸੇ ਦਾ ਇੰਤਜ਼ਾਮ ਕਰ ਲਾਂਗੇ ਅਸੀਂ, ਐਸੀ ਕੋਈ ਗੱਲ ਨਹੀਂ, ਤੇ ਉਹ ਇੱਕ ਨਵੀਂ ਉਮੀਦ ਪੈਦਾ ਕੀਤੀ ਜਾ ਸਕਦੀ। ਇਸ ਕਰਕੇ ਸਾਨੂੰ ਇੰਨਾ ਵੀ ਨਹੀਂ ਸੋਚਣਾ ਚਾਹੀਦਾ ਕਿ ਅਸੀਂ ਨਿੱਘਰ ਗਏ, ਕੁਛ ਨਹੀਂ ਗਿਆ, ਉਹ ਠੀਕ ਹੈ, ਨਿਗਾਰ ਆਇਆ, ਉਸ ਕਈ ਵਾਰ ਨਿਗਾਰ ਆਉਂਦਾ ਜਿਹੜਾ ਸਾਨੂੰ ਝਟਕਾ ਵੀ ਦਿੰਦਾ, ਉਸ ਝਟਕੇ ਦੇ ਵਿੱਚ ਸਾਡੀ ਨਵੀਂ ਜਿਹੜੀ ਸੋਚ ਪੈਦਾ। ਇਸੇ ਤਰ੍ਹਾਂ ਹੀ ਮੈਂ ਸਮਝਦਾ ਹਾਂ ਕਿ ਜਿਹੜੀ ਇੰਡਸਟਰੀ ਹੈ ਜੀ ਮੈਂ ਉਹਨਾਂ ਤੁਹਾਡੇ, ਤੁਸੀਂ ਬਿਲਕੁਲ ਠੀਕ ਗੱਲ ਸ਼ੁਰੂ ਕਰਨ ਲੱਗੇ, ਲੇਕਿਨ ਇੱਕ ਗੱਲ ਕਿਉਂਕਿ ਉਹਦੇ ਨਾਲ ਜੁੜਦੀ ਵਿੱਚ ਰਹਿ ਗਈ ਸੀ, ਅਸੀਂ ਉਹਨੂੰ ਅੱਗੇ ਲਿਆਉਣਾ ਬੜਾ ਜ਼ਰੂਰੀ ਆ। ਤੁਸੀਂ ਇੱਕ ਫੈਡਰਲ ਸਿਸਟਮ ਦੀ ਗੱਲ ਕਰ ਰਹੇ ਸੀਗੇ ਔਰ ਤੁਸੀਂ ਜਿਹਨੂੰ ਕੇਂਦਰੀਕਰਨ ਸੱਤਾ ਦਾ ਕਹਿੰਦੇ ਹੋ, ਪਾਵਰਸ ਨਾਲ ਕੇਂਦਰੀਕਰਨ ਜਿਹੜਾ ਸੈਂਟਰ ਕਰਕੇ ਬੈਠਾ, ਜਿਹਦੇ ਖਿਲਾਫ ਅਕਾਲੀ ਦਲ ਲੜਦਾ ਸੀਗਾ, ਜਿਹਦੇ ਖਿਲਾਫ ਮਮਤਾ ਲੜ ਰਹੀ ਹੈ, ਜਾਂ ਹੁਣ ਸਾਰੀਆਂ ਪਾਵਰਸ ਨੇ ਜਿਹੜੀਆਂ ਸੂਬਿਆਂ ਦੀਆਂ ਨੇ। ਮੈਂ ਸਿਰਫ ਇਹ ਪੁੱਛਣਾ ਹੈ ਕਿ ਸਰ ਜਿਹੜੇ ਲੜਦੇ ਸੀ, ਤੁਸੀਂ ਕਹਿੰਦੇ ਨਾ ਕਿ 2 ਸਟੈਪ ਫਾਰਵਰਡ ਤੇ 1 ਸਟੈਪ ਬੈਕ, ਉਹ ਸਥਿਤੀ ਉਹਦੇ ਨਾਲੋਂ ਬਦਤਰ ਹੋ ਗਈ ਬਈ ਜਿਸ ਅਕਾਲੀ ਦਲ ਨੇ ਇਹ ਮੂਵਮੈਂਟ ਸ਼ੁਰੂ ਕੀਤੀ, ਉਸ ਅਕਾਲੀ ਦਲ ਦੇ ਪ੍ਰਧਾਨ ਨੇ ਤੇ ਉਹਦੇ ਪਰਿਵਾਰ ਨੇ ਤਾਂ ਸਾਰਾ ਕੁਝ ਕੇਂਦਰਿਤ ਕਰ ਲਿਆ ਘਰ ਤੇ। ਹੁਣ ਫੈਡਰਲ ਢਾਂਚੇ ਦੇ ਖਿਲਾਫ ਗੱਲ ਕਰਦੇ ਚੰਗੇ ਨਹੀਂ ਲੱਗਣਗੇ। ਕੈਪਟਨ ਅਮਰਿੰਦਰ ਸਿੰਘ ਜਿੱਥੇ ਬੈਠਦੇ ਆ ਉੱਥੇ ਹੀ ਸਰਕਾਰ ਹੋ ਜਾਂਦੀ ਹੈ, ਬਾਕੀ ਸਾਰੇ ਵਿਚਾਰੇ ਮਾਈ ਬਾਪ ਹੀ ਆ, ਹਜ਼ੂਰ ਮਾਈ ਬਾਪ ਵਾਲੀ ਗੱਲ ਆ। ਔਰ ਜੇਕਰ ਤੁਸੀਂ ਆਮ ਆਦਮੀ ਪਾਰਟੀ ਨੂੰ ਸਮਝਦੇ ਹੋ ਕੇਜਰੀਵਾਲ ਜਾਂ ਪੰਜਾਬ ਦੇ ਵਿੱਚ ਕੋਈ ਤਾਂ ਇੱਕ ਦਾ ਲੀਡਰ, ਉਹ ਵੀ ਕੇਂਦਰੀਕਰਨ ਹੋ ਗਿਆ, ਤੇ ਜਿੱਥੇ ਵੀ ਹੁਣ ਵਿਅਕਤੀ ਪੂਜਕ ਅਸੀਂ ਹੋ ਗਏ, ਜਿੱਥੇ ਵੀ ਇੱਕ ਬੰਦਾ ਭਾਰੀ ਪੈ ਜਾਂਦਾ, ਸਿੱਧੂ ਹੀ ਲਾ ਲਓ ਤੁਸੀਂ, ਉੱਥੇ ਵੀ ਇੱਕੋ ਹੀ ਬੰਦੇ ਦੁਆਲੇ ਸਭ ਘੁੰਮੀ ਜਾਂਦਾ। ਸੋ ਫੈਡਰਲਿਜ਼ਮ ਦੇ ਖਿਲਾਫ ਲੜਨ ਵਾਲੀ ਭਾਵਨਾ ਪੰਜਾਬ 'ਚ ਕਤਲ ਕਰਤੀ ਗਈ ਆ, ਉਹਦੀ ਬਜਾਏ ਕੇਂਦਰੀਵਾਦ ਦੇ ਜਨਮਦਾਤੇ ਹੋ ਗਏ ਅਸੀਂ। ਇਸ ਸਥਿਤੀ ਦੇ ਵਿੱਚ ਕੁਝ ਨਵੇਂ ਵਿਚਾਰ ਕਿਵੇਂ ਉਪਜ ਸਕਦੇ ਆ ਔਰ ਕਲੈਕਟਿਵ ਲੀਡਰਸ਼ਿਪ ਦਾ ਉਭਾਰ ਕਿਵੇਂ ਹੋ ਸਕਦਾ, ਜਿਹੜੀ ਥਾਟ ਪ੍ਰੋਵੋਕਿੰਗ ਹੋਵੇ ਔਰ ਜਿਹੜੀ ਕਿਸੇ ਨਾ ਕਿਸੇ ਮੁੱਦੇ ਤੇ ਆਧਾਰਿਤ ਹੋਵੇ। ਦੇਖੋ, ਜਿਹੜਾ ਤੁਸੀਂ ਵਿਚਾਰ ਕਹਿ ਰਹੇ ਹੋ ਔਰ ਮੈਂ ਵਿਚਾਰ ਦੇ ਰਿਹਾ, ਇਹ ਕਿੱਥੋਂ ਪੈਦਾ ਹੋਇਆ? ਇਸੇ ਗੱਲ ਤੋਂ ਪੈਦਾ ਹੋਇਆ ਕਿ ਸਾਨੂੰ ਇਸ ਗੱਲ ਨਾਲ ਡਿਸਸੈਟੀਸਫੈਕਸ਼ਨ ਹੈ, ਔਰ ਇਹ ਅਸੀਂ ਇਕੱਲੇ ਨਹੀਂ ਹੈ, ਇਹ ਹਜ਼ਾਰਾਂ ਸਾਡੇ ਵਰਗੇ ਸੋਚ ਵਿਚਾਰ ਕਰਨ ਵਾਲੇ ਬੁੱਧੀਜੀਵੀ ਪੋਲੀਟੀਕਲ ਐਕਟਿਵਿਸਟ ਵੀ ਹੈਗੇ ਨੇ। ਮੈਂ ਪਹਿਲਾਂ ਵੀ ਕਹਿ ਚੁੱਕਾ ਕਿ ਜਿਹੜੀਆਂ ਐਗਜ਼ਿਸਟਿੰਗ ਪਾਰਟੀਆਂ ਦੇ ਵਿੱਚ ਇਸ ਵੀ ਬੰਦੇ ਹੈਗੇ ਨੇ ਜਿਹੜੇ ਇਹਨਾਂ ਗੱਲਾਂ ਨਾਲ ਸਹਿਮਤ ਹੋਣਗੇ ਜੋ ਆਪਾਂ ਕਰ ਰਹੇ ਹਾਂ। ਜਿਹੜੇ ਐਡਮਿਨਿਸਟ੍ਰੇਟਿਵ ਆਫੀਸਰਸ ਨੇ ਜਾਂ ਰਿਟਾਇਰਡ ਨੇ ਜਾਂ ਹੁਣ ਵੀ ਨੇ, ਉਹਨਾਂ ਦੇ ਵਿੱਚ ਵੀ ਹੈਗੇ ਨੇ ਲੋਕੀ ਜਿਹੜੇ ਇਹ ਗੱਲ ਨਾਲ ਸਹਿਮਤ ਨੇ। ਪਰ ਇਹ ਹੈ ਕਿ ਜਿਹੜਾ ਇੱਕ ਹੰਭਲਾ ਹੁੰਦਾ, ਇੱਕ ਜਿਹੜਾ ਰਿਸਕ ਹੁੰਦਾ, ਉਹ ਨਹੀਂ ਕੋਈ ਲੈ ਰਿਹਾ ਹਾਲ ਤੱਕ। ਉਹ ਮੈਨੂੰ ਲੱਗਦਾ ਕਿ ਕਿਸੇ ਲੀਡਰ ਨੂੰ ਕਿਸੇ ਦਾ ਨਾਂ ਲੈਣਾ ਠੀਕ ਨਹੀਂ ਹੈਗਾ। ਇਹ ਰਿਸਕ ਲੈਣ ਦੀ ਲੋੜ ਹੈ ਕਿ ਕੋਈ ਗੱਲ ਨਹੀਂ, ਬੇਸ਼ੱਕ ਤੁਹਾਡਾ ਅਗਲਾ 10 ਸਾਲ ਤੁਹਾਡੀ ਜ਼ਿੰਦਗੀ ਦੇ ਅਨਸਰਟਨ ਹੋ ਜਾਣ, ਕੋਈ ਫਰਕ ਨਹੀਂ ਪੈਂਦਾ। ਔਰ ਦੂਜੀ ਮੈਂ ਤੁਹਾਨੂੰ ਇੱਕ ਹੋਰ ਗੱਲ ਕਹਿਣੀ ਚਾਹੁੰਦਾ ਕਿ ਜਦੋਂ ਇਤਿਹਾਸਿਕ ਤਬਦੀਲੀਆਂ ਆਉਂਦੀਆਂ ਨਾ, ਤਾਂ ਜਿਹੜੇ ਵੱਡੇ ਵੱਡੇ ਨਾਂ ਤੁਹਾਨੂੰ ਲੱਗਦੇ ਆ ਹਰ ਰੋਜ਼ ਖਾਣਾ ਚਾਹੁੰਦੇ, ਉਹ ਐ ਵਾਸ਼ ਆਊਟ ਹੋ ਜਾਂਦੇ, ਬਿਲਕੁਲ ਉਹ ਨਫੀ ਹੋ ਜਾਂਦੇ ਆ। ਔਰ ਉਹਨਾਂ ਤੋਂ ਕੋਈ ਘਬਰਾਉਣ ਦੀ ਲੋੜ ਨਹੀਂ ਹੈਗੀ। ਜਦੋਂ ਲੋਕੀ ਉੱਠਦੇ ਆ ਤਾਂ ਉਦੋਂ ਇਹ ਜਿਹੜੇ ਵੱਡੇ ਵੱਡੇ ਹੁੰਦੇ ਆ ਉਹ ਕੁਝ ਵੀ ਨਹੀਂ ਰਹਿੰਦੇ, ਇਤਿਹਾਸ ਦੇ ਵਿੱਚ ਮਨਫੀ ਹੋ ਜਾਂਦੇ ਨੇ। ਇਸ ਪੱਖੋਂ ਮੈਂ ਸਮਝਦਾ ਕਿ ਜਿਹੜੀ ਸਾਨੂੰ ਕਿਉਂਕਿ ਆਪਣਾ ਟਾਈਮ ਜ਼ਿਆਦਾ ਲੱਗ ਰਿਹਾ ਇਸ ਗੱਲ ਤੇ, ਜ਼ਿਆਦਾ ਆਰਥਿਕ ਜਿਹੜੀ ਗੱਲ ਹੈ ਉਹ ਫਿਰ ਕਿਸੇ ਦਿਨ ਕਰਾਂਗੇ। ਤੇ ਮੈਂ ਸਮਝਦਾ ਕਿ ਕੁਝ ਸਾਨੂੰ ਜਿਹੜੀਆਂ ਉਦਯੋਗਿਕ ਤਬਦੀਲੀਆਂ ਹੈ ਉਹਦੇ ਬਾਰੇ ਵੀ ਕਰਨ ਦੀ ਲੋੜ ਹੈ। ਇੱਕ ਚੀਜ਼ ਮੈਂ ਜ਼ਰੂਰ ਕਹਿਣੀ ਚਾਹੂੰਗਾ ਕਿ ਸਾਨੂੰ ਜਿਹੜਾ ਟਰਸ਼ਰੀ ਸੈਕਟਰ ਹੈ, ਦੋ ਸੈਕਟਰ ਖਾਸ ਤੌਰ ਤੇ, ਇੱਕ ਐਜੂਕੇਸ਼ਨ ਤੇ ਇੱਕ ਹੈਲਥ, ਇਹ ਸਾਨੂੰ ਦੁਬਾਰਾ ਪਬਲਿਕ ਸੈਕਟਰ ਚ ਲਿਆਉਣ ਦੀ ਲੋੜ ਹੈ। ਕਿਉਂਕਿ ਇਹਦਾ ਜਿਹੜਾ ਸਕੂਲਾਂ ਦੀ ਪ੍ਰਾਈਵੇਟਾਈਜੇਸ਼ਨ ਹੋ ਗਈ ਔਰ ਜਿਹੜੀ ਹੈਲਥ ਸਰਵਿਸਿਜ਼ ਦੀ ਪ੍ਰਾਈਵੇਟਾਈਜੇਸ਼ਨ ਹੋ ਗਈ,
ਉਹਨੇ ਪੰਜਾਬ ਦਾ ਬਹੁਤ ਹੀ ਨੁਕਸਾਨ ਕੀਤਾ, ਬਹੁਤ ਹੀ ਨੁਕਸਾਨ ਕੀਤਾ। ਪੰਜਾਬ ਦੇ ਗਵਰਨਮੈਂਟ ਸਕੂਲ ਬਹੁਤ ਵਧੀਆ ਸੀ, ਬਹੁਤ ਆਲਾ ਵਧੀਆ ਸਕੂਲ ਸੀ। ਮੈਂ 13 ਸਾਲ ਦੀ ਉਮਰ ਤੱਕ ਪਿੰਡਾਂ ਦੇ ਸਕੂਲ ਪੜ੍ਹਿਆ ਸੀ। ਮੈਂ ਵੀ ਉੱਥੇ ਪੜ੍ਹ ਕੇ ਆਇਆ ਜੀ ਜੀ ਬਿਲਕੁਲ। ਔਰ ਮੈਂ ਸਮਝਦਾ ਕਿ ਮੇਰੀ ਉਮਰ ਦੇ ਮੇਥੋਂ ਛੋਟੇ ਵੱਡੇ ਕਈ ਬੜੇ ਲੋਕੀ ਵੱਡੇ ਅਫਸਰ ਨੇ, ਡਾਕਟਰ ਨੇ, ਉਹ ਸਾਰੇ ਪਿੰਡਾਂ ਦੇ ਸਕੂਲਾਂ 'ਚ ਪੜ੍ਹੇ ਹੋਏ ਨੇ, ਵਧੀਆ ਟੀਚਰ ਸੀ ਸਾਡੇ। ਔਰ ਮੈਂ ਉਸ ਵਕਤ ਜ਼ਿਲ੍ਹੇ ਚੋਂ ਸੈਕੰਡ ਆਇਆ ਸੀ ਔਰ ਕੋਈ ਟਿਊਸ਼ਨ ਨਹੀਂ ਲਈ, ਉਹ ਟੀਚਰ ਸਾਨੂੰ ਪੜ੍ਹਾਉਂਦੇ ਸੀ ਔਰ ਮੇਰੇ ਵਰਗੇ ਹੋਰ ਵੀ ਨੇ, ਮੇਰੇ ਜਮਾਤੀ ਨੇ। ਔਰ ਉਹਨਾਂ ਨੂੰ ਮੌਜੂਦ ਕਰ ਉਹਨਾਂ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ਹੈ। ਔਰ ਮੈਨੂੰ ਲੱਗ ਰਿਹਾ ਕਿ ਕੁਝ ਇਹ ਤਬਦੀਲੀ ਆ ਰਹੀ ਹੈ। ਪਿਛਲੇ ਕੁਝ ਦਿਨਾਂ 'ਚ ਮੈਂ ਅਖਬਾਰਾਂ 'ਚ ਪੜ੍ਹਿਆ ਹੈ ਕਿ ਲੋਕੀ ਮੁੜ ਰਹੇ ਨੇ ਗਵਰਨਮੈਂਟ ਸਕੂਲਾਂ ਵੱਲ। ਇਸੇ ਤਰ੍ਹਾਂ ਹੈਲਥ ਸਰਵਿਸਿਜ਼ ਦੀ, ਕਿਉਂਕਿ ਇਹਨੂੰ ਅਸੀਂ ਕਹਿੰਦੇ ਹਿਊਮਨ ਕੈਪੀਟਲ। ਹਿਊਮਨ ਕੈਪੀਟਲ ਕਿਹੜੀ ਹੁੰਦੀ ਹੈ? ਹਿਊਮਨ ਕੈਪੀਟਲ ਹੈ ਕਿ ਬੰਦਾ ਪੜ੍ਹਿਆ ਲਿਖਿਆ, ਉਹਦਾ ਸਿਹਤਮੰਦ ਹੈ ਤੇ ਉਹ ਸਕਿੱਲਡ ਹੈ। ਔਰ ਦੁਨੀਆ ਦੇ ਵਿੱਚ ਜਿਹੜੇ ਅੰਡਰ ਡਿਵੈਲਪ ਕੰਟਰੀਜ਼ ਨੇ, ਦੋ ਕਿਸਮ ਦੇ ਅੰਡਰ ਡਿਵੈਲਪ ਕੰਟਰੀ ਡਿਵੈਲਪ ਹੋਏ ਆ। ਇੱਕ ਤਾਂ ਉਹ ਨੇ ਜਿਨ੍ਹਾਂ ਕੋਲ ਆਇਲ ਸੀ, ਜਿਵੇਂ ਮਿਡਲ ਈਸਟ ਦੇ ਵਿੱਚ ਸਾਊਦੀ ਅਰੇਬੀਆ ਕਿਸੇ ਵਕਤ ਬੜੇ ਬੈਕਵਰਡ ਹੁੰਦੇ ਸੀ, ਜਦੋਂ ਆਇਲ ਦੀ ਕੀਮਤ ਵਧੀ 1973 ਦੇ ਵਿੱਚ, ਉਦੋਂ ਬਾਅਦ। ਦੂਜਾ ਈਸਟ ਏਸ਼ੀਆ ਦੇ ਵਿੱਚ ਸਾਊਥ ਕੋਰੀਆ, ਤਾਇਵਾਨ, ਉੱਥੇ ਉਹਨਾਂ ਨੇ ਹਿਊਮਨ ਕੈਪੀਟਲ ਤੇ ਬਹੁਤ ਜ਼ੋਰ ਦਿੱਤਾ। ਹਾਲਾਂਕਿ ਮੈਂ ਹਿਊਮਨ ਕੈਪੀਟਲ ਦਾ ਲਫ਼ਜ਼ ਹੈ ਜਿਹੜਾ ਉਹਨਾਂ ਇੰਨਾ ਲਾਈਕ ਨਹੀਂ ਕਰਦਾ, ਉਹਦਾ ਕੋਈ ਹੋਰ ਯੂਜ਼ ਕਰਨਾ ਚਾਹੀਦਾ। ਉਹਨਾਂ ਨੇ ਐਜੂਕੇਸ਼ਨ ਤੇ ਹੈਲਥ ਤੇ ਬਹੁਤ ਜ਼ੋਰ ਦਿੱਤਾ, ਉਹਨਾਂ ਨੇ ਟੈਕਨੋਲੋਜੀ ਤੇ ਜ਼ੋਰ ਦਿੱਤਾ। ਉਹਨਾਂ ਦੇ ਜਿਹੜੇ ਹਰ ਇਨਸਾਨ ਹੈ ਜਿਹੜਾ ਉਹ ਪੈਦਾਵਾਰ ਵਾਲਾ, ਉਹ ਤਾਕਤ ਵਾਲਾ, ਉਹਨੂੰ ਅਸੀਂ ਲਿਆਉਣ ਦੀ ਲੋੜ ਹੈ। ਜੋ ਵੀ ਨਵੀਂ ਸਰਕਾਰ ਆਵੇ, ਭਾਵੇਂ ਉਹ ਕੇਂਦਰੀ ਪੱਖੀ ਹੋਵੇ, ਕੇਂਦਰੀ ਉਲਟ ਹੋਵੇ, ਇਹ ਗੱਲ ਸਾਰਿਆਂ ਤੋਂ ਮੰਨਣ ਦੀ ਲੋੜ ਹੈ ਕਿ ਸਾਡਾ ਐਜੂਕੇਸ਼ਨ ਤੇ ਹੈਲਥ ਇਹ ਪਬਲਿਕ ਗੁੱਡ ਨੇ। ਪਬਲਿਕ ਗੁੱਡ ਦਾ ਮਤਲਬ ਇਹ ਹੁੰਦਾ ਹੈ ਕਿ ਜੇ ਇੱਕ ਬੰਦਾ ਚੰਗਾ ਪੜ੍ਹਿਆ ਲਿਖਿਆ, ਜੇ ਇੱਕ ਬੰਦਾ ਸਿਹਤਮੰਦ ਹੈ, ਤਾਂ ਇਕੱਲਾ ਉਹਨੂੰ ਨਹੀਂ ਫਾਇਦਾ, ਸਾਰੇ ਸਮਾਜ ਨੂੰ ਫਾਇਦਾ ਹੈ। ਉਹ ਪਬਲਿਕ ਸੈਕਟਰ 'ਚ ਆਉਣਾ ਚਾਹੀਦਾ। ਤੇ ਤੀਜੀ ਤੇ ਮੈਂ ਗੱਲ ਕਰਨੀ ਚਾਹੁੰਦਾ ਜਿਹੜੀ ਸੱਭਿਆਚਾਰਕ ਤੇ ਸਮਾਜਿਕ ਤਬਦੀਲੀਆਂ ਦੀ, ਇਹ ਤੁਸੀਂ ਮੈਂਸ਼ਨ ਕੀਤੀ ਹੈ ਕਿ ਸਾਡਾ ਜਿਹੜਾ ਪਹਿਲਾਂ ਅਸੀਂ ਸੋਚ ਕੇ ਵੱਡੇ ਘਰ ਤੇ ਕਾਰਾਂ ਤੇ ਖਰਚੇ ਕਰਨਾ, ਉਹਦੇ ਤੋਂ ਸਾਨੂੰ ਮੁੜਨਾ ਪਊਗਾ। ਜਿਹੜਾ ਸਾਦੀ ਜ਼ਿੰਦਗੀ ਹੈ, ਸਾਫ਼ ਸੁਥਰੀ ਜ਼ਿੰਦਗੀ ਹੈ, ਉਹਦੇ ਵਿੱਚ ਕਿੰਨਾ ਆਨੰਦ ਹੈ ਔਰ ਕਿੰਨੀ ਅਮੀਰੀ ਹੈ, ਉਹਦੇ ਵੱਲ ਮੁੜਨਾ ਪਊਗਾ। ਤਾਂ ਸਾਡੇ ਖਰਚੇ ਵੀ ਘਟ ਜਾਣਗੇ ਤੇ ਸਾਡੇ ਦੂਜਾ ਸਰਪਲਸ ਵੀ ਵੱਧ ਜੂਗੀ। ਸਾਡੇ ਬੱਚਿਆਂ ਵਾਸਤੇ ਅਸੀਂ ਆਮਦਨ ਵੀ ਜ਼ਿਆਦਾ ਜਨਰੇਟ ਕਰ ਸਕਾਂਗੇ, ਉਹਨਾਂ ਦੀ ਵਿੱਦਿਆ ਤੇ ਲਾ ਸਕਾਂਗੇ ਔਰ ਉਹਨੂੰ ਅੱਗੇ ਡਿਵੈਲਪ ਕਰ ਸਕਾਂਗੇ। ਪਰ ਇਹ ਥੋੜਾ ਜਿਹਾ ਹੋਰ ਵਿਚਾਰ ਕਰਨ ਦੀ ਲੋੜ ਹੈ ਇਹਨਾਂ ਚੀਜ਼ਾਂ ਤੇ। ਇੱਕ ਤਾਂ ਆਪਾਂ ਲਿਮਟਿਡ 15-20 ਮਿੰਟ 'ਚ ਗੱਲ ਨਹੀਂ ਕਰ ਸਕਦੇ, ਪਰ ਮੁੱਖ ਮੇਰਾ ਮੁੱਦਾ ਇਹੀ ਹੈ ਕਿ ਸਾਨੂੰ ਪ੍ਰੋਫੈਸਰ ਸਾਹਿਬ ਅਸੀਂ ਰਾਜਨੀਤਿਕ, ਆਰਥਿਕ, ਸਮਾਜਿਕ ਤੇ ਸੱਭਿਆਚਾਰਕ ਤਬਦੀਲੀਆਂ ਪੰਜਾਬ ਦੇ ਵਿੱਚ ਇੱਕ ਇਨਕਲਾਬੀ ਕਿਸਮ ਦੀ ਲੋੜ ਹੈ। ਜੀ 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 ਪ੍ਰੋਫੈਸਰ ਸਾਹਿਬ, ਥੈਂਕ ਯੂ ਸੋ ਵੈਰੀ ਮੱਚ। ਤੁਸੀਂ ਮੈਨੂੰ 15 ਮਿੰਟ ਲਈ ਕਿਹਾ ਸੀ, ਮੈਨੂੰ ਲੱਗਦਾ ਅਸੀਂ 25-27 ਮਿੰਟ ਤੱਕ ਆ ਗਏ ਆ। ਤੁਹਾਡੇ ਕੋਲ ਸਮਾਂ ਲਿਮਟਿਡ ਸੀਗਾ, ਮੈਨੂੰ ਪਤਾ, ਸੀਮਤ ਸਮਾਂ ਸੀਗਾ, ਲੇਕਿਨ ਇਕਨੋਮੀ ਤੇ ਅਸੀਂ ਦੋਸਤੋ ਤੁਹਾਡੇ ਨਾਲ ਇੱਕ ਬਕਾਇਦਾ ਪ੍ਰੋਗਰਾਮ ਲੈ ਕੇ ਆਵਾਂਗੇ। ਪ੍ਰੋਫੈਸਰ ਸਾਹਿਬ ਉੱਤੇ ਵਰਕ ਕਰ ਰਹੇ ਆ, ਲੇਕਿਨ ਪੰਜਾਬ ਦਾ ਜਿਹੜਾ ਸੋਸ਼ਲ ਇਕਨੋਮਿਕ ਮਾਡਲ ਵੀ ਹੈ ਜਿਹਦੇ ਵਿੱਚ ਕਲਚਰ ਸ਼ਾਮਲ ਹੋਣਾ, ਉਹਦੇ ਤੇ ਇੱਕ ਵੱਖਰਾ ਐਪੀਸੋਡ ਕਰਾਂਗੇ, ਸਿਲਸਿਲਾ ਬਣਾਈ ਰੱਖਾਂਗੇ। ਜਦੋਂ ਪ੍ਰੋਫੈਸਰ ਸਾਹਿਬ ਕੋਲ ਟਾਈਮ ਹੋਏਗਾ ਮੈਂ ਇਹਨਾਂ ਨੂੰ ਬੇਨਤੀ ਕਰ ਲਿਆ ਕਰਾਂਗਾ। ਲੇਕਿਨ ਪੰਜਾਬ ਨੂੰ ਬਦਲਦਿਆਂ ਦੇਖਣਾ ਇਹ ਰੀਝ ਸਭ ਦੀ ਆ, ਤੁਹਾਡੀ ਵੀ ਪਲਦੀ ਹੈ, ਤੇ ਅਸੀਂ ਇਹਨੂੰ ਬਦਲ ਸਕਾਂਗੇ ਆਪਣੀ ਜੀਵਨ ਹਯਾਤੀ 'ਚ, ਇਹ ਆਸ ਨਾਲ ਇਸ ਪ੍ਰੋਗਰਾਮ ਨੂੰ ਵਿਰਾਮ ਦਿੰਦੇ ਹਾਂ। ਬਹੁਤ ਮਿਹਰਬਾਨੀ ਸਰ। ਠੀਕ ਠਾਕ, ਥੈਂਕ ਯੂ ਜੀ।